ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਔਰ ਮੇਰੇ ਨਾਲ ਨੇ ਯੂਨਾਈਟਿਡ ਸਿੱਖਸ ਦੇ ਸਰਦਾਰ ਗੁਰਵਿੰਦਰ ਸਿੰਘ। ਸਰਦਾਰ ਗੁਰਵਿੰਦਰ ਸਿੰਘ ਕੌਮਾਂਤਰੀ ਮਾਨਵੀ ਇਮਦਾਦ ਦੇ ਡਾਇਰੈਕਟਰ ਨੇ ਯੂਨਾਈਟਿਡ ਸਿੱਖਸ ਦੇ। ਯੂਨਾਈਟਿਡ ਸਿੱਖਸ ਸਾਡਾ ਮਾਣ ਤਾਣ ਹੈ। ਦੁਨੀਆ ਭਰ ਦੇ ਵਿੱਚ ਸਿੱਖ ਪਛਾਣ ਲਈ ਜੂਝ ਰਹੇ ਆ ਇਹ ਯੋਧੇ। ਇਹ ਕੋਸ਼ਿਸ਼ ਕਰਦੇ ਆ ਕਿ ਜਿੱਥੇ ਮਦਦ ਦੀ ਲੋੜ ਹੋਵੇ ਉੱਥੇ ਹੱਥ ਵਧਾ ਦਿੰਦੇ ਆ, ਮੁਸ਼ਕਲ ਪਰਿਸਥਿਤੀਆਂ ਦੇ ਵਿੱਚ ਜਾ ਖਲੋਂਦੇ ਆ ਔਰ ਸਾਡਾ ਕੌਮੀ ਮਾਣ ਬਣਦੇ ਆ। ਇਹ ਘਰੇਲੂ ਕੰਮਾਂ ਦੇ ਨਾਲ ਮਾਨਵੀ ਕੰਮਾਂ ਦੇ ਵਿੱਚ ਸਿੱਖਾਂ ਦਾ ਚਿਹਰਾ ਬਣ ਕੇ ਪੇਸ਼ ਹੁੰਦੇ ਆ। ਜਦੋਂ ਵੀ ਅਸੀਂ ਸਿੱਖਾਂ ਦੀ ਪਛਾਣ ਦਾ ਜ਼ਿਕਰ ਕਰਾਂਗੇ, ਯੂਨਾਈਟਿਡ ਸਿੱਖਸ, ਖਾਲਸਾ ਏਡ, ਸਰਬੱਤ ਦਾ ਭਲਾ ਟਰਸਟ ਵਰਗੀਆਂ ਸੰਸਥਾਵਾਂ ਸਾਨੂੰ ਇੱਕ ਵੱਖਰੀ ਤੋਰ ਤੋਰਦੀਆਂ ਨੇ। ਔਰ ਜੇਕਰ ਸਾਨੂੰ ਕਿਤੇ ਕੁਝ ਕਹਿਣਾ ਹੋਵੇ, ਦੱਸਣਾ ਹੋਵੇ, ਦੱਸਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਸਾਡੇ ਤੋਂ ਪਹਿਲਾਂ ਸਾਡੇ ਇਹ ਭਰਾ ਪਹੁੰਚੇ ਹੁੰਦੇ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਆਖਦਾ ਸਰਦਾਰ ਗੁਰਵਿੰਦਰ ਸਿੰਘ। ਰਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡੇ ਜੀ। ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡੇ ਕਿ ਤੁਸੀਂ ਆਪਣੇ ਮਾਧਿਅਮ ਦੇ ਰਾਹੀਂ ਸਾਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਸੀਂ ਅਕਸਰ ਯੂਨਾਈਟਿਡ ਸਿੱਖਸ ਦਾ ਜ਼ਿਕਰ ਕਰਦੇ ਹਾਂ, ਖਾਲਸਾ ਏਡ ਦਾ ਜ਼ਿਕਰ ਕਰਦੇ ਹਾਂ, ਸਰਬੱਤ ਦਾ ਭਲਾ ਟਰਸਟ ਦੀ ਗੱਲ ਕਰਦੇ ਹਾਂ ਔਰ ਹਰੇਕ ਸੰਸਥਾ ਦੇ ਨਾਲ ਚਿਹਰੇ ਜੁੜ ਜਾਂਦੇ। ਖਾਲਸਾ ਏਡ ਨਾਲ ਸਰਦਾਰ ਰਵੀ ਸਿੰਘ ਆ ਜਾਂਦੇ ਆ ਔਰ ਸਰਬੱਤ ਦਾ ਭਲਾ ਟਰਸਟ ਨਾਲ ਸਰਦਾਰ SPS ਉਬਰਾਏ ਆ ਜਾਂਦੇ ਆ। ਲੇਕਿਨ ਯੂਨਾਈਟਿਡ ਸਿੱਖਸ ਦਾ ਚਿਹਰਾ ਕੋਈ ਇੱਕ ਨਹੀਂ ਹੈ। ਲੇਕਿਨ ਫਿਰ ਵੀ ਜਿਹੜੇ ਲੀਡ ਕਰ ਰਹੇ ਆ ਇਸ ਖਾਸ ਖੇਤਰ ਨੂੰ, ਉਹ ਨੇ ਗੁਰਵਿੰਦਰ ਸਿੰਘ। ਔਰ ਤੁਹਾਡੇ ਸਾਹਮਣੇ ਗੁਰਵਿੰਦਰ ਸਿੰਘ ਦਾ ਚਿਹਰਾ ਹੈ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ, ਮੈਂ ਪਹਿਲੀ ਵਾਰੀ ਇਹਨਾਂ ਨੂੰ ਮਿਲ ਰਿਹਾ। ਸਰਦਾਰ ਗੁਰਵਿੰਦਰ ਸਿੰਘ, ਮੈਂ ਤੁਹਾਡੀ ਦੁਨੀਆ ਭਰ ਦੇ ਵਿੱਚ ਅਪਰੋਚ ਤੇ ਗੱਲ ਵੱਖਰੀ ਕਰੂੰਗਾ। ਅੱਗੇ ਜਾ ਕੇ ਅਸੀਂ ਉਹ ਸਾਰੀਆਂ ਤੰਦਾਂ ਛੋਵਾਂਗੇ ਜਿਹੜੀਆਂ ਜ਼ਰੂਰੀ। ਲੇਕਿਨ ਪਹਿਲਾ ਸਵਾਲ, ਸਭ ਤੋਂ ਅਹਿਮ ਸਵਾਲ, ਕਿ ਕਹਿੰਦੇ ਜਿਹੜੀ ਕੌਮ ਦਾ ਘਰ ਨਾ ਹੋਵੇ, ਬੇਸ ਨਾ ਹੋਵੇ, ਉਹ ਕੌਮ ਦੇਰ ਤੱਕ ਆਪਣੀ ਪਛਾਣ ਨਾਲ ਜੂਝਦੀ ਪਿਛਾਂਹ ਚਲੇ ਜਾਂਦੀ ਹੈ। ਦੁਨੀਆ ਭਰ ਦੇ ਵਿੱਚ ਵਸੇ ਸਿੱਖ, ਦੁਨੀਆ ਭਰ ਦੇ ਦੇਸ਼ਾਂ 'ਚ ਖਿਲਰੇ ਸਿੱਖ ਹੌਲੀ ਹੌਲੀ ਦੂਜੀ, ਤੀਜੀ, ਚੌਥੀ ਪੀੜ੍ਹੀ 'ਚ ਬਹੁ ਗਿਣਤੀ ਮਰਜ ਹੋ ਜਾਣਗੇ ਉੱਥੋਂ ਦੇ ਕਲਚਰ ਦੇ ਵਿੱਚ। ਸੋ ਸਭ ਤੋਂ ਪਹਿਲਾ ਸਵਾਲ ਇਹ ਆ ਕਿ ਸਾਡੇ ਲੋਕ ਜਿਹੜੇ ਪੰਜਾਬ ਨੂੰ ਛੱਡ ਕੇ ਬਾਹਰਲੇ ਦੇਸ਼ਾਂ 'ਚ ਫੈਲ ਗਏ ਆ, ਉਹਨਾਂ ਨੂੰ ਬਚਾ ਕੇ ਰੱਖਣ ਲਈ ਸਾਡਾ ਕਲਚਰ, ਸਾਡੀਆਂ ਰਵਾਇਤਾਂ, ਵੈਲਿਊਜ਼, ਗੁਰੂ ਸਾਹਿਬ ਦੇ ਸਿਧਾਂਤ, ਫਲਸਫਾ, ਕਿੰਨੀ ਦੇਰ ਕਾਮਯਾਬ ਹੋ ਸਕਾਂਗੇ? ਤੁਹਾਨੂੰ ਕੀ ਲੱਗਦਾ ਦੁਨੀਆ 'ਚ ਵਿਚਰਦਿਆਂ, ਲੋਕਾਂ ਦਾ ਹੱਥ ਫੜ ਕੇ ਮਦਦ ਕਰਦਿਆਂ, ਕਿ ਆਖਰ ਸਾਡੀ ਇਹ ਦੌੜ ਕਿੱਥੇ ਕੁ ਤੱਕ ਚੱਲੂਗੀ? ਦੇਖੋ, ਇੱਕ ਗੱਲ ਹੁੰਦੀ ਹੈ ਕਿ ਜਿਹੜੀ ਚੀਜ਼ ਕੀਮਤੀ ਹੁੰਦੀ ਆ ਨਾ, ਉਹ ਹਮੇਸ਼ਾ ਖਤਰੇ 'ਚ ਹੀ ਰਹਿੰਦੀ ਆ, ਕਿਉਂਕਿ ਜੇ ਉਹਦਾ ਕੋਈ ਮੁੱਲ ਨਹੀਂ ਹੈਗਾ ਫਿਰ ਉਹਨੂੰ ਕੋਈ ਚਾਹੁੰਦਾ ਵੀ ਨਹੀਂ ਹੁੰਦਾ। ਸੋ ਗੱਲ ਇੱਥੇ ਆ ਕਿ ਯੂਨਾਈਟਿਡ ਸਿੱਖਸ ਨੇ ਇਹ ਟੀਚਾ ਆਰੰਭਿਆ 1999 ਦੇ ਵਿੱਚ ਕਿ ਅਸੀਂ ਜਿਹੜੇ ਸਾਡੇ ਵੱਲ ਦੂਜੀਆਂ ਦਿਸ਼ਾਵਾਂ ਵੱਲ ਕੋਈ ਲੈ ਕੇ ਜਾ ਰਿਹਾ ਆ, ਜਾਂ ਉਹ ਆਪਣੀਆਂ ਗੱਲਾਂ ਥੋਪਣੀਆਂ ਸਾਡੇ ਤੇ ਚਾਹੁੰਦੇ ਨੇ, ਜਾਂ ਉਹ ਸਿੱਖੀ ਫਲਸਫੇ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਨੇ, ਅਸੀਂ ਕਿਹਾ ਕਿ ਗੱਲਾਂ ਦੇ ਨਾਲ ਨਹੀਂ, ਇਹ ਕੰਮਾਂ ਦੇ ਨਾਲ ਇਹਨਾਂ ਦਾ ਸਾਹਮਣਾ ਕੀਤਾ ਜਾਵੇਗਾ। ਸੋ ਜਿਹੜੇ ਆਪਣੇ ਨੌਜਵਾਨ ਅਵੇਸਲੇ ਹੋ ਰਹੇ ਨੇ, ਜਾਂ ਉਹਨਾਂ ਨੂੰ ਉਹ ਗੌਰਵ ਨਹੀਂ ਮਹਿਸੂਸ ਹੋ ਰਿਹਾ, ਜਾਂ ਫਖਰ ਨਹੀਂ ਮਹਿਸੂਸ ਹੋ ਰਿਹਾ ਸਾਡੇ ਇਤਿਹਾਸ ਬਾਰੇ, ਜਾਂ ਸਾਡੇ ਸ਼ਹੀਦਾਂ ਬਾਰੇ, ਸਾਡੇ ਸੂਰਬੀਰਾਂ ਬਾਰੇ, ਸਾਡੇ ਯੋਧਿਆਂ ਬਾਰੇ, ਉਹਨੂੰ ਇਹ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਉਹ ਸਿੱਖ ਨੇ। ਕਿ ਜਿਹੜੀ ਇਹ ਸਰਦਾਰੀ ਸਾਨੂੰ ਮਿਲੀ ਆ, ਇਹ ਛੱਲੀਆਂ ਵੇਚ ਕੇ ਨਹੀਂ ਮਿਲੀ, ਇਹ ਰੇੜੀਆਂ ਲਾ ਕੇ ਨਹੀਂ ਮਿਲੀ, ਇਹ ਸਿਰ ਕਲਮ ਕਰਾ ਕੇ ਮਿਲੀ ਆ, ਇਹ ਨੀਹਾਂ ਤੇ ਚੜ ਕੇ ਮਿਲੀ ਆ, ਇਹ ਚਰਖੜੀਆਂ ਤੇ ਚੜ ਕੇ ਮਿਲੀ ਆ। ਸੋ ਪਰ ਅਸੀਂ ਉਹਨਾਂ ਦੇ ਅੱਗੇ ਕਿਵੇਂ ਪੇਸ਼ ਕਰ ਸਕਦੇ ਕਿ ਸਿੱਖ ਹੋਣ ਦਾ ਇੱਕ ਬੜਾ ਮਾਣ ਆ, ਜਾਂ ਮਾਣ ਮਹਿਸੂਸ ਹੋਣਾ ਚਾਹੀਦਾ ਉਹਨਾਂ ਨੂੰ? ਅਸੀਂ ਕਿਹਾ ਅਸੀਂ ਦੁਨੀਆ ਦਾ ਕੋਈ ਨਾ ਕੋਈ ਕੋਨਾ ਨਹੀਂ ਛੱਡਾਂਗੇ, ਅਸੀਂ ਦੁਨੀਆ ਦੇ ਇਹ ਕੋਈ ਬੰਦੇ ਨਹੀਂ ਛੱਡਾਂਗੇ ਜਿਨ੍ਹਾਂ ਦੇ ਸਾਹਮਣੇ ਅਸੀਂ ਇਹ ਨਾ ਸਾਬਿਤ ਕਰ ਸਕੀਏ ਕਿ ਸਾਡੀ ਅਹਿਮੀਅਤ ਕੀ ਆ। ਦੇਖੋ, ਜਦ ਅਸੀਂ ਕਿਸੇ ਦੇ ਕੰਮ ਆਉਂਦੇ ਆ, ਜਦ ਕਿਸੇ ਨੂੰ ਲੋੜ ਪੈਂਦੀ ਆ, ਜਦੋਂ ਕੁਰਲਾਉਂਦਾ ਆ, ਤੇ ਉਹਨੂੰ ਇਹੀ ਦਿਸਦਾ ਕਿ ਦਸਤਾਰ ਵਾਲੇ ਹੀ ਇਹ ਬੋੜਦੇ ਨੇ, ਦਸਤਾਰ ਵਾਲੇ ਹੀ ਸਾਡੀ ਸਹਾਇਤਾ ਕਰਦੇ ਨੇ, ਚਾਹੇ ਉਹ ਅੰਗਰੇਜ਼ ਹੋਣ, ਚਾਹੇ ਕਾਲੇ ਹੋਣ, ਚਾਹੇ ਚੀਨ ਮੂਲ ਦੇ ਹੋਣ। ਫਿਰ ਇਹ ਜਿਹੜੇ ਸਾਡੇ ਨੌਜਵਾਨ ਦੇਖਦੇ ਨੇ, ਉਹਨਾਂ ਨੂੰ ਵੀ ਫਖਰ ਮਾਣ ਮਹਿਸੂਸ ਹੁੰਦਾ ਕਿ ਦੇਖੋ ਕਿ ਸਾਡੀ ਚਾਹੇ ਗਿਣਤੀ ਜਿੰਨੀ ਮਰਜ਼ੀ ਹੋਵੇ, ਸਾਡੇ ਕੋਲ ਸਹੂਲਤਾਂ ਚਾਹੇ ਘੱਟ ਹੋਣ ਚਾਹੇ ਵੱਧ ਹੋਣ, ਪਰ ਜਦ ਲੋੜ ਪੈਂਦੀ ਆ, ਜਦ ਆਫਤ ਤੋਂ ਦੂਜੀ ਦੁਨੀਆ ਭੱਜਦੀ ਆ, ਜਦ ਉਹ ਡਰਦੇ ਨੇ, ਜਦ ਘਬਰਾਉਂਦੇ ਨੇ, ਤਾਂ ਸਿੱਖ ਕੌਮ ਨਿੱਤਰਦੀ ਆ। ਸੋ ਇਹ ਜਿਹੜਾ ਮਾਣ ਹੈਗਾ, ਇਹ ਜਿਹੜਾ ਗਰਵ ਹੈਗਾ, ਉਹਨੂੰ ਬਰਕਰਾਰ ਰੱਖਣਾ, ਉਹਨੂੰ ਜਦ ਸਾਡੇ ਨੌਜਵਾਨ ਦੇਖਦੇ ਨੇ ਤਾਂ ਉਹਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਕਿ ਅਸੀਂ ਸਿੱਖ ਹਾਂ। ਤੇ ਦੂਜੀ ਗੱਲ ਭਾਜੀ, ਕਿ ਜਦ ਅਸੀਂ ਕਿਤੇ ਹੋਰ ਜਾ ਕੇ ਵੀ ਸੇਵਾ ਕਰਦੇ ਆ ਨਾ, ਉਹ ਸਾਨੂੰ ਆਪ ਕਹਿੰਦੇ ਨੇ, ਉਹ ਕਹਿੰਦੇ ਨੇ ਯਾਰ ਗਿਰਜਾ ਘਰ ਬੰਦ ਨੇ, ਮੰਦਿਰ ਬੰਦ ਨੇ,
ਬਾਕੀ ਸਾਰੇ ਬੰਦ ਨੇ। ਤੁਸੀਂ ਚਾਹੇ ਜੋ ਮਰਜ਼ੀ ਆਫਤ ਆ, ਹੁਣ ਕੋਵਿਡ-19 ਦੀ ਗੱਲ ਦੇਖ ਲਓ ਤੁਸੀਂ, ਕੋਰੋਨਾ ਵਾਇਰਸ ਦੀ। ਗੁਰਦੁਆਰਾ ਸਾਹਿਬ ਲੰਗਰ ਖੁੱਲੇ ਨੇ, ਲੰਗਰ ਹਾਲ ਖੁੱਲੇ ਨੇ, ਗੁਰਦੁਆਰਾ ਸਾਹਿਬ ਦੇ ਵਿੱਚ ਪਨਾਹ ਲੈ ਰਹੇ ਨੇ, ਗੁਰਦੁਆਰਾ ਸਾਹਿਬ ਦੇ ਵਿੱਚ ਮਹਿਸੂਸ ਹੋ ਰਹੀ ਆ ਜਿਵੇਂ ਜਿਹੜੇ ਆਪਣੀ ਲੋਕਾਈ ਹੈਗੀ ਆ, ਸ਼ਰਨ ਲੈ ਰਹੇ ਨੇ। ਤੇ ਗੁਰਦੁਆਰਾ ਸਾਹਿਬ ਖੁੱਲੇ ਨੇ, ਬਾਕੀ ਬੰਦ ਨੇ। ਤੇ ਗੁਰਦੁਆਰਾ ਸਾਹਿਬ ਹੀ ਜਾ ਕੇ ਅੱਗੇ ਉਹ ਗੁਰੂ ਦੇ ਸਿੱਖ ਸਹਾਇਤਾ ਕਰ ਰਹੇ ਨੇ, ਬਾਂਹ ਫੜ ਰਹੇ ਨੇ, ਚਾਹੇ ਕਾਨੂੰਨੀ ਲੜਾਈ ਹੋਵੇ, ਚਾਹੇ ਵਿਦਿਆ ਦੀ ਹੋਵੇ, ਚਾਹੇ ਇਨਸਾਨੀ ਅਮਦਾਦ ਦੀ ਹੋਵੇ। ਤੋ ਇੱਕ ਤਾਂ ਹੁੰਦਾ ਜੀ ਇਹ, ਮੈਂ ਸਮਝਾਂਗਾ ਕਿ ਪੰਜਾਬ ਤੇ ਜਿਹੜੇ ਬਾਹਰਲੇ ਮੁਲਕਾਂ ਦਾ ਸੁਮੇਲ ਹੁੰਦਾ ਕਿ ਅਸੀਂ ਆਪਣਾ ਫਰਜ਼ ਸੰਭਾਲੀਏ, ਪੰਜਾਬ ਦੇ ਸਾਡੇ ਵੀਰ ਆਪਣਾ ਫਰਜ਼ ਸੰਭਾਲਣ, ਤਾਂ ਫਿਰ ਇਹ ਦੁਨੀਆ ਵਿੱਚ ਜਿਹੜੇ ਆਪਣੇ ਨਿਸ਼ਾਨ ਸਾਹਿਬ ਨੇ, ਝੰਡੇ ਬੁੰਗੇ ਜੁਗੋ ਜੁਗ ਟਲ ਜ਼ਰੂਰ ਰਹਿਣਗੇ। ਅੱਛਾ ਸਰਦਾਰ ਗੁਰਵਿੰਦਰ ਸਿੰਘ, ਮੈਨੂੰ ਇਹ ਜ਼ਰੂਰ ਦੱਸਿਆ ਜੇ ਕਿ ਜਦੋਂ, ਕਿਉਂਕਿ ਤੁਸੀਂ ਪਰਿਵਾਰ 'ਚ ਬੈਠੇ ਹੋ, ਮੈਂ ਤੁਹਾਡੇ ਬੱਚੇ ਨੂੰ ਦੇਖ ਰਿਹਾ ਸੀ ਜਿਹੜਾ ਤੁਹਾਡੀ ਮਦਦ ਕਰ ਰਿਹਾ, ਤੁਸੀਂ ਉਹ ਗ੍ਰਹਿਸਥ ਜੀਵਨ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਸਾਨੂੰ, ਉਹਦੇ 'ਚੋਂ ਆਪਣੇ ਲਈ ਸਮਾਂ ਕੱਢਦੇ ਹੋ ਔਰ ਪਰਿਵਾਰ ਲਈ ਕੱਢਦੇ ਹੋ, ਫਿਰ ਤੁਸੀਂ ਅਗਲੇ ਰਾਹਾਂ ਤੇ ਨਿਕਲ ਜਾਂਦੇ ਹੋ। ਉਹ ਕਿਹੜੀ ਭਾਵਨਾ, ਉਹ ਕਿਹੜੀ ਫੀਲਿੰਗ ਹੈ ਜਿਹੜੀ ਤੁਹਾਨੂੰ ਤੋਰੀ ਰੱਖਦੀ ਹੈ ਅੰਦਰ, ਜਿਹੜੀ ਚਿਣਗਾ ਤਾਂਗਾ ਜਜ਼ਬਾ ਹੈ, ਉਹ ਕਿਹੜਾ ਹੈ ਜਿਹੜਾ ਤੁਸੀਂ ਵੱਖ-ਵੱਖ ਮੁਸ਼ਕਲ ਹਾਲਾਤਾਂ ਦੇ ਵਿੱਚ ਵੀ ਜਾ ਕੇ, ਕਿਉਂਕਿ ਲੋਕ ਘਰਾਂ 'ਚ ਬੜੇ ਨੇ, ਤੁਸੀਂ ਉਹਨਾਂ ਨੂੰ ਰੋਟੀ ਫਰਾਹਮ ਕਰਾ ਰਹੇ ਹੋ, ਮੁਹੱਈਆ ਕਰਾ ਰਹੇ ਹੋ, ਤੁਸੀਂ ਲੰਗਰ ਦੇ ਰਹੇ ਹੋ, ਜਿੱਥੇ ਕਿਤੇ ਕੋਈ ਫਸਿਆ ਗਰੀਬ ਉਹਦੀ ਮਦਦ ਐਜੂਕੇਸ਼ਨ ਵੱਲੋਂ ਵੀ ਕਰ ਰਹੇ ਹੋ। ਸੋ ਵੱਖ-ਵੱਖ ਪੱਧਰਾਂ ਤੇ ਵਿਚਰਨ ਲਈ ਇੱਕ ਅੰਦਰ ਜਜ਼ਬਾ ਹੁੰਦਾ ਹੈ। ਕਿਸੇ ਤੋਂ ਮਦਦ ਲੈਣੀ, ਕਿਸੇ ਤੋਂ ਪੈਸੇ ਲੈਣੇ, ਫੰਡਸ ਲੈਣੇ, ਇਹ ਔਖਾ ਕੰਮ ਹੈ, ਫਿਰ ਇਹਨੂੰ ਅੱਗੇ ਸਰਵ ਕਰਨਾ ਹੋਰ ਔਖਾ ਕੰਮ ਹੈ। ਸੋ ਉਹ ਮੈਂ ਅੰਦਰ ਦੀ ਭਾਵਨਾ ਨੂੰ ਚਾਹੂੰਗਾ ਕਿ ਤੁਸੀਂ ਵਿਅਕਤ ਕਰ ਸਕੋ, ਜੇ ਜ਼ੁਬਾਨ ਦੇ ਸਕੋ ਜਜ਼ਬਿਆਂ ਨੂੰ, ਤੇ ਮੈਨੂੰ ਖੁਸ਼ੀ ਹੋਊਗੀ। ਜੀ ਵੀਰ ਜੀ, ਸੋ ਜਿਵੇਂ ਤੁਸੀਂ ਕਿਹਾ ਨਾ ਕਿ ਦੂਜੀਆਂ ਸੰਸਥਾਵਾਂ ਦੇ ਚਿਹਰੇ ਨੇ, ਯੂਨਾਈਟਿਡ ਸਟੇਟਸ ਦਾ ਅਸਲ ਵਿੱਚ ਚਿਹਰਾ, ਮੈਨੂੰ ਲੱਗਦਾ ਹੈ ਕਿ ਸਾਡਾ ਸੰਪਰਕ ਕੱਟਿਆ ਹੈ। ਮੈਂ ਟਰਾਈ ਕਰਦਾ, ਹਾਂ ਮੈਨੂੰ ਲੱਗਦਾ ਹੈ ਸੰਪਰਕ ਬਣ ਗਿਆ ਜੀ। ਜਿਹੜੀ ਯੂਨਾਈਟਿਡ ਸਟੇਟਸ ਆ ਜੀ, ਉਹ ਸੇਵਾ ਦੇ ਆਧਾਰ ਤੇ ਜਿਹੜੀ ਸੰਸਥਾ ਹੈਗੀ ਚੱਲਦੀ ਆ ਜੀ। ਸੋ ਤਾਂ ਹੀ ਕਈ ਵਾਰ ਇਹ ਹੁੰਦਾ ਕਿ ਕਿਸੇ ਨੂੰ ਇਹ ਨਹੀਂ ਸਮਝ ਆਉਂਦੀ ਯਾਰ ਇਹਨਾਂ ਦਾ ਚਿਹਰਾ ਕੌਣ ਹੈ, ਇਹਨਾਂ ਦੇ ਬੰਦੇ ਕੌਣ ਨੇ। ਅਸੀਂ ਗ੍ਰਹਿਸਥ ਜੀਵਨ ਵਿੱਚ ਜੋ ਕਾਰਜ ਕਰਦੇ ਹਾਂ, ਤੇ ਇਹ ਜਿਹੜੀ ਸੇਵਾ ਹੈਗੀ ਆ ਜੋ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਆ, ਇਹ ਅਸੀਂ ਉਹ ਸੇਵਾ ਨੂੰ ਮੰਨ ਕੇ ਅੱਗੇ ਲੈ ਕੇ ਜਾਂਦੇ ਹਾਂ। ਪਰ ਇਹਦਾ ਜਜ਼ਬਾ ਜੀ ਇਹੀ ਆ, ਦੇਖੋ ਜਦ ਸਾਨੂੰ ਮਹਿਸੂਸ ਹੁੰਦਾ ਕਿ ਕਿਸੇ ਬੰਦੇ ਕੋਈ ਕੁਰਲਾ ਰਿਹਾ ਆ, ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਆ, ਤਾਂ ਸਾਡਾ ਮਨ ਜ਼ਰੂਰ ਜਾਂਦਾ ਚਮਕੌਰ ਦੀ ਗੜੀ ਵੱਲ। ਅੱਛਾ, ਹਾਂਜੀ, ਸਾਡਾ ਮਨ ਜ਼ਰੂਰ ਜਾਂਦਾ ਅਨੰਦਪੁਰ ਸਾਹਿਬ ਵੱਲ, ਸਾਡਾ ਮਨ ਜ਼ਰੂਰ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲ, ਕਿ ਜਿਹੜਾ ਸਾਡਾ ਵਿਰਸਾ ਇੰਨਾ ਅਮੀਰ ਆ, ਜਿਹੜੇ ਸਾਡੇ ਸੂਰਬੀਰ ਨੇ ਜਿਨ੍ਹਾਂ ਵੱਲ ਅਸੀਂ ਤੱਕਦੇ ਹਾਂ, ਦੇਖਦੇ ਹਾਂ, ਕਿ ਉਹਨਾਂ ਨੇ ਆਪਣੀ ਜਾਨ ਨਿਸ਼ਾਵਰ ਕਰਕੇ ਹੀ ਇਹ ਸਿੱਖੀ ਦੀ ਨੀਂਹ ਰੱਖੀ। ਬਿਲਕੁਲ, ਇਹ ਮੈਂ ਦੁਬਾਰਾ ਕਹਾਂਗਾ, ਇਹ ਜਿਵੇਂ ਕੋਈ ਛਲੀਆਂ ਵੇਚ ਕੇ ਨਹੀਂ ਮਿਲੀ ਸਾਨੂੰ ਸਰਦਾਰੀ, ਇਹ ਅਸੀਂ ਇਹ ਕਹਿ ਸਕਦੇ ਹਾਂ ਕਿ ਇਹੋ ਜਿਹਾ ਕੋਈ ਦਿਨ ਨਹੀਂ, ਇਹੋ ਜਿਹਾ ਕੋਈ ਪਲ ਨਹੀਂ, ਇਹੋ ਜਿਹਾ ਕੋਈ ਸਮਾਂ ਨਹੀਂ ਜਿੱਥੇ ਕੋਈ ਨਾ ਕੋਈ ਸਿੱਖ ਨੇ ਆਪਣਾ ਖੂਨ ਲਹੂ ਨਾ ਡੋਲਿਆ ਹੋਵੇ ਮਨੁੱਖਤਾ ਲਈ, ਹੱਕ ਲਈ ਤੇ ਸੱਚ ਲਈ। ਤੇ ਜਦ ਸਾਡੇ ਸਾਹਮਣੇ ਇਹੋ ਜਿਹੇ ਚਾਨਣ ਮੁਨਾਰੇ ਹੈਗੇ ਨੇ, ਤਾਂ ਫਿਰ ਜੀ ਸਾਡਾ ਆਪ ਫਰਜ਼ ਬਣਦਾ ਕਿ ਜਿਨ੍ਹਾਂ ਨੇ ਇੰਨਾ ਕੁਝ ਕਰ ਦਿੱਤਾ, ਆਪਣੇ ਪਰਿਵਾਰ ਛੱਡ ਦਿੱਤੇ, ਆਪਣਾ ਘਰ-ਬਾਰ ਛੱਡ ਦਿੱਤਾ, ਆਪਣੀ ਜਾਨ ਨਿਸ਼ਾਵਰ ਕੀਤੀ ਹੈ। ਦੇਖੋ ਸਭ ਤੋਂ ਕੀਮਤੀ ਹਰ ਬੰਦੇ ਲਈ ਜਾਨ ਹੁੰਦੀ ਹੈ। ਜਦ ਜਾਨ, ਹੁਣ ਅਸੀਂ ਦੇਖ ਰਹੇ ਹਾਂ ਕਰੋਨਾ ਵਾਇਰਸ ਨਾਲ ਬੰਦੇ ਨਜਿੱਠ ਰਹੇ ਨੇ, ਉਹ ਕਹਿ ਰਹੇ ਨੇ ਯਾਰ ਮੇਰਾ ਧਨ ਲੈ ਲਓ, ਮੇਰੀ ਦੌਲਤ ਲੈ ਲਓ, ਮੇਰਾ ਸਭ ਕੁਝ ਲੈ ਲਓ, ਮੈਨੂੰ ਨੰਗਾ ਛੱਡ ਦਿਓ, ਮੈਨੂੰ ਭੁੱਖਾ ਛੱਡ ਦਿਓ, ਪਰ ਮੈਨੂੰ ਬਖਸ਼ ਦਿਓ, ਮੇਰੀ ਜਾਨ ਬਚ ਜਾਵੇ। ਜਿਨ੍ਹਾਂ ਨੇ ਆਪਣੀ ਜਾਨ ਹੀ ਨਿਸ਼ਾਵਰ ਕਰ ਦਿੱਤੀ ਹੋਵੇ, ਉਹ ਤੋਂ ਵੱਧ ਕੋਈ ਚੀਜ਼ ਨਹੀਂ ਹੁੰਦੀ। ਤਾਂ ਫਿਰ ਜੇ ਅਸੀਂ ਉਹਨਾਂ ਵੱਲ ਦੇਖਦੇ ਹਾਂ, ਤੇ ਜੇ ਅਸੀਂ ਸਮਾਂ ਨਾ ਆਪਣਾ ਲਾ ਸਕੇ, ਜੇ ਅਸੀਂ ਆਪਣੇ ਕਾਬਲੀਅਤ, ਚਾਹੇ ਜੇ ਕੋਈ ਵਕੀਲ ਆ, ਕੋਈ ਡਾਕਟਰ ਆ, ਕੋਈ ਇੰਜੀਨੀਅਰ ਆ, ਕੋਈ ਲੇਖਕ ਆ, ਕੋਈ ਸਾਇੰਸਦਾਨ ਆ, ਜੇ ਅਸੀਂ ਉਹ ਕਾਬਲੀਅਤ ਆਪਣੇ ਧਰਮ ਪ੍ਰਤੀ, ਆਪਣੀ ਕੌਮ ਪ੍ਰਤੀ ਉਹਨੂੰ ਨਾ ਵਰਤ ਸਕੇ, ਫਿਰ ਅਸੀਂ ਕਿਵੇਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਕੇ ਕਹਿ ਸਕਾਂਗੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ। ਅੱਛਾ, ਮੈਨੂੰ ਉਸ ਦਾ ਗੁਰਵਿੰਦਰ ਸਿੰਘ ਇਹ ਗੱਲ ਜ਼ਰੂਰ ਦੱਸਿਓ, ਹੁਣ ਅਸੀਂ ਤੁਹਾਡੇ ਇਸ ਸੰਸਥਾ ਦੇ ਢਾਂਚੇ ਵੱਲ ਆ ਜਾਈਏ, ਕਿ ਜਦੋਂ ਤੁਸੀਂ ਡਿਸਾਈਡ ਕਰਦੇ ਹੋ, ਪਹਿਲੀ ਗੱਲ ਤੇ ਤੁਹਾਡੇ ਸੋਰਸ ਕੀ ਨੇ, ਰਿਸੋਰਸ ਕੀ ਨੇ, ਤੁਹਾਨੂੰ ਪੈਸੇ ਕਿਵੇਂ ਮਿਲਦੇ ਆ, ਕਿੱਥੋਂ ਮਿਲ ਜਾਂਦੇ ਆ। ਦੂਜੀ ਗੱਲ ਇਹ ਹੈ
ਕਿ ਜਦੋਂ ਤੁਸੀਂ ਫੈਸਲਾ ਕਰਦੇ ਹੋ ਵੱਖ-ਵੱਖ ਖੇਤਰਾਂ 'ਚ ਮਦਦ ਕਰਨ ਦਾ, ਤੁਸੀਂ ਡਿਸੀਜਨ ਕਿਵੇਂ ਲੈਂਦੇ ਹੋ ਕਿ ਕਿਸ ਖੇਤਰ ਦੇ ਵਿੱਚ ਕਿੰਨੀ ਮਦਦ ਕਰਨੀ ਆ, ਕਿੱਥੇ ਕਿਸ ਮਦਦ ਦੀ ਲੋੜ ਆ। ਦੁਨੀਆ ਭਰ ਦੇ ਵਿੱਚ ਤੁਹਾਡੇ ਪ੍ਰੋਜੈਕਟ ਚੱਲਦੇ ਰਹਿੰਦੇ ਆ, ਵੱਖ-ਵੱਖ ਥਾਵਾਂ ਤੇ ਤੁਹਾਡੇ ਸਾਥੀ ਲੱਗੇ ਰਹਿੰਦੇ ਆ। ਸੋ ਮੈਂ ਇਹ, ਕਿਉਂਕਿ ਤੁਸੀਂ 3 ਡਾਇਰੈਕਟਰ ਹੋ ਵੱਖ-ਵੱਖ, ਕਿਉਂਕਿ ਮੇਨ ਜਿਹੜੀ ਸੰਸਥਾ ਉਹ ਮਾਨਵੀ ਇਮਦਾਦ ਦੀ ਹੈ, ਉਹਦੇ ਤੁਸੀਂ ਹੈਡ ਹੋ। ਸੋ ਕਿਵੇਂ ਇਹ ਫੈਸਲਾ ਕਰਦੇ ਹੋ ਕਿ ਕਿੱਥੇ ਮਨੁੱਖ ਨੂੰ ਜ਼ਿਆਦਾ ਅਹਿਮ ਲੋੜ ਆ ਤੇ ਪਹਿਲਾਂ ਲੋੜ ਹੈ ਪਹਿਲ ਦੇ ਆਧਾਰ ਤੇ? ਜੀ, ਸੋ ਅਸੀਂ ਜੀ ਸਾਡੇ 10 ਦੇਸ਼ਾਂ ਵਿੱਚ ਚੈਪਟਰ ਨੇ ਜੀ, 10 ਦੇਸ਼ਾਂ ਵਿੱਚ ਚੈਪਟਰ ਨੇ, ਉਹ ਰਜਿਸਟਰਡ ਨੇ ਜੀ। ਸੋ ਸਾਡੀ ਸੰਸਥਾ ਵਾਹਿਗੁਰੂ ਦੀ ਮਿਹਰ ਅਨੁਸਾਰ ਇਕੱਲੀ ਸਿੱਖ ਸੰਸਥਾ ਜਿਹਨੂੰ ਯੂਨਾਈਟਿਡ ਨੇਸ਼ਨਸ ਤੋਂ ਮਾਨਤਾ ਪ੍ਰਾਪਤ ਹੋਈ ਆ। ਸੋ ਅਸੀਂ UN ਐਫੀਲੀਏਟਡ ਹੈਗੇ। ਸੋ ਉਹਦਾ ਵੀ ਮਤਲਬ ਇਹ ਬਣਦਾ, ਸਾਨੂੰ 20 ਸਾਲ ਹੋ ਗਏ ਕਾਰਜ ਕਰਦਿਆਂ ਨੂੰ। ਸੋ ਸੰਗਤ ਨੇ ਦੇਖਿਆ, ਸਾਡੇ ਤੌਰ ਤਰੀਕੇ ਦੇਖੇ, ਸਾਡਾ ਜੋ ਅਸੀਂ ਚੀਜ਼ਾਂ ਹਾਸਲ ਕੀਤੀਆਂ ਨੇ ਉਹ ਦੇਖੀਆਂ ਨੇ, ਜੋ ਅਸੀਂ ਜਦੋਂ ਜਹਿਦ ਕੀਤੀ ਆ ਉਹ ਵੀ ਦੇਖੀ ਆ। ਤੋ ਯਕੀਨ ਬਣਿਆ ਹੋਇਆ ਆ ਕਿ ਜਿਹੜੇ ਦਾਨੀ ਸੱਜਣ ਨੇ, ਦੁਨੀਆ ਭਰ ਦੇ ਦਾਨੀ ਸੱਜਣ ਜੋ ਹੈਗੇ ਨੇ, ਉਹ ਫਿਰ ਉਹ ਯਕੀਨ ਤੇ ਸਾਡਾ ਕੰਮ ਵੇਖ ਕੇ ਸਾਡੇ ਨਾਲ ਜੁੜਦੇ ਨੇ ਤੇ ਸਾਡੀ ਸਹਾਇਤਾ ਕਰਦੇ ਨੇ। ਤੇ ਨਾਲ ਦੀ ਨਾਲ ਅਸੀਂ ਰਜਿਸਟਰਡ ਚੈਰਿਟੀ ਹੈਗੇ ਆ। ਸੋ ਉਹਨਾਂ ਨੂੰ ਚਲੋ ਟੈਕਸ ਵਿੱਚ ਵੀ ਰਾਹਤ ਮਿਲਦੀ ਆ ਵੱਖ-ਵੱਖ ਦੇਸ਼ਾਂ ਦੇ ਵਿੱਚ, ਚਾਹੇ ਉਹ ਅਮਰੀਕਾ ਹੋਵੇ, ਆਸਟ੍ਰੇਲੀਆ ਹੋਵੇ। ਆਪਣੇ ਚੈਪਟਰਸ ਇੰਡੀਆ ਵਿੱਚ ਵੀ ਨੇ ਜੀ, ਫਰਾਂਸ ਵਿੱਚ ਨੇ, UK ਦੇ ਵਿੱਚ ਨੇ, ਕੈਨੇਡਾ ਦੇ ਵਿੱਚ ਨੇ, ਪਾਕਿਸਤਾਨ ਦੇ ਵਿੱਚ ਨੇ, ਆਪਣੇ ਪੰਜਾਬ ਵਿੱਚ ਵੀ ਦਫ਼ਤਰ ਹੈਗੇ ਨੇ। ਤੇ ਤੁਸੀਂ ਗੱਲ ਕੀਤੀ ਹੈ ਜਦ ਆਪਣੇ ਕੋਈ ਇਹੋ ਜਿਹੀ ਆਫਤ ਆਉਂਦੀ ਹੈ, ਦੇਖੋ ਜੀ ਜਦ ਆਫਤ ਆਉਂਦੀ ਆ, ਕਈ ਵਾਰ ਸਾਰੀਆਂ ਆਫਤਾਂ ਟੀਵੀ ਵਿੱਚ ਨਹੀਂ ਨਜ਼ਰ ਆਉਂਦੀਆਂ। ਹੁਣ ਫਰਜ਼ ਕਰੋ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ, ਉਹ CNN ਨਹੀਂ ਦਿਖਾਉਣ ਲੱਗੀ, ਉਹ ਅਲ ਜਜ਼ੀਰਾ ਨਹੀਂ ਦਿਖਾਉਣ ਲੱਗਿਆ, ਪਰ ਸਾਡੇ ਵੀਰਾਂ ਸਾਡੇ ਭੈਣਾਂ ਨੂੰ ਜ਼ਰੂਰ ਪਤਾ ਕਿ ਪੰਜਾਬ ਵਿੱਚ ਕੀ ਬੀਤਿਆ। ਜਾਂ ਜੇ ਹੇਟੀ ਦੇ ਵਿੱਚ ਭੁਚਾਲ ਆਉਂਦਾ ਆ, ਹੋ ਸਕਦਾ ਉਹ ਪੰਜਾਬ ਟੈਲੀਵਿਜ਼ਨ ਨਾ ਦਿਖਾ ਸਕੇ ਜਾਂ PTC ਜਾਂ ਹੋਰ ਮਾਧਿਅਮ ਨਾ ਦਿਖਾ ਸਕਣ, ਪਰ ਉਹ ਜਿਹੜੇ ਅਸੀਂ ਇੱਥੇ ਵੱਸਦੇ ਹਾਂ ਅਮਰੀਕਾ ਦੇ ਵਿੱਚ, ਸਾਨੂੰ ਪਤਾ ਲੱਗ ਜਾਂਦਾ ਆ। ਸੋ ਜਿਹੜੇ ਸਾਡੇ ਵੱਖ-ਵੱਖ ਚੈਪਟਰ ਨੇ, ਸਾਡੇ ਉਹਦੇ ਨੁਮਾਇੰਦੇ ਹੈਗੇ ਨੇ, ਉਹ ਦੇਖਦੇ ਨੇ ਕਿ ਇਹੋ ਜਿਹੀ ਆਫਤ ਆਈ ਆ ਜਿੱਥੇ ਲੋਕਾਈ ਕੁਰਲਾ ਰਹੀ ਆ, ਜਿੱਥੇ ਸਾਡਾ ਬਣਦਾ ਯੋਗਦਾਨ ਬਣਦਾ ਆ, ਤਾਂ ਫਿਰ ਅਸੀਂ ਉਹ ਜ਼ਰੂਰ ਇਕੱਤਰਤਾ ਕਰਕੇ, ਫੋਨ ਦੇ ਰਾਹੀਂ ਗੱਲਬਾਤ ਕਰਕੇ, ਆਪਣੇ ਜਿਹੜੇ ਪਲਾਨ ਹੈਗੇ ਨੇ ਉਹ ਮੂਹਰੇ ਰੱਖ ਕੇ, ਮੱਦੇਨਜ਼ਰ ਰੱਖਦੇ ਹੋਇਆਂ ਸਾਰਾ ਕੁਝ, ਜੋ ਆਪਣੇ ਕਿੰਨੇ ਖਰਚੇ ਹੋਣਗੇ, ਕਿਹੜੇ ਸਿੰਘ ਜਾ ਸਕਣਗੇ। ਕਿ ਹੁਣ ਦੇਖੋ, ਜੇ ਹੁਣ ਹੜ੍ਹ ਆਇਆ ਪੰਜਾਬ ਦੇ ਵਿੱਚ, ਹੁਣ ਗੁਰਵਿੰਦਰ ਸਿੰਘ ਅਮਰੀਕਾ ਤੋਂ ਜਾਵੇ, ਉਹ ਮੂਰਖਤਾ ਆ। ਤੇ ਜੇ ਹੁਣ ਫਰਜ਼ ਕਰੋ ਕਰੋਨਾ ਵਾਇਰਸ ਨਿਊਯਾਰਕ ਨੂੰ ਲਪੇਟ ਰਿਹਾ ਆ, ਹੁਣ ਕੋਈ ਸਿੰਘ ਸਾਡੇ ਪੰਜਾਬ ਤੋਂ ਆਉਣ, ਉਹ ਮੂਰਖਤਾ ਆ। ਸੋ ਅਸੀਂ ਇਹ ਹਿਸਾਬ ਨਾਲ ਕਾਰਜ ਕਰਦੇ ਹਾਂ ਜੀ ਕਿ ਜਿੱਥੇ ਸਾਡੇ ਚੈਪਟਰ ਨੇ ਉਹ ਦਾਇਰੇ ਦੇ ਵਿੱਚ ਰਹਿ ਕੇ ਉੱਥੇ ਸਹਾਇਤਾ ਕੀਤੀ ਜਾਂਦੀ ਹੈ ਜੀ। ਸੋ ਹੁਣ ਇਹ ਪਹਿਲੀ ਵਾਰ ਹੋਵੇਗਾ ਦੁਨੀਆ ਦੇ ਵਿੱਚ, ਜੇ ਸਾਡੇ ਜ਼ਿੰਦਗੀ ਦੇ ਵਿੱਚ, ਕਿ ਇਹੋ ਜਿਹੀ ਕੋਈ ਆਫਤ ਆਈ ਹੈ ਜਿਹਨੇ ਪੂਰੀ ਦੁਨੀਆ ਨੂੰ ਲਪੇਟਿਆ ਆਪਣੀ ਗ੍ਰਿਸ਼ਟ ਦੇ ਵਿੱਚ, ਇਕੱਠਾ ਲਿਆ ਜੀ ਇੱਕੋ ਵੇਲੇ। ਸੋ ਅਮਰੀਕਾ ਹੋਵੇ, ਆਸਟ੍ਰੇਲੀਆ ਹੋਵੇ, ਕੈਨੇਡਾ ਹੋਵੇ, UK ਹੋਵੇ, ਮਲੇਸ਼ੀਆ ਹੋਵੇ, ਸਾਡੇ ਸਾਰੇ ਚੈਪਟਰ ਇਕੱਠੇ ਹੋ ਕੇ ਨਜਿੱਠ ਰਹੇ ਨੇ, ਲੜ ਰਹੇ ਨੇ, ਜਦੋਂ ਜਹਿਦ ਕਰ ਰਹੇ ਨੇ। ਮੈਂ ਜੀ ਤੁਹਾਡੇ ਮਾਧਿਅਮ ਦੇ ਰਾਹੀਂ ਬੜੇ ਫਖਰ ਨਾਲ ਕਹਿ ਸਕਦਾ ਕਿ ਸੰਗਤ ਦੇ ਸਹਿਯੋਗ ਦੇ ਨਾਲ, ਗੁਰੂ ਸਾਹਿਬ ਦੇ ਆਸੇ ਅਨੁਸਾਰ, ਅਸੀਂ 25 ਲੱਖ ਤੋਂ ਜ਼ਿਆਦਾ ਮੀਲ ਵਰਤਾ ਚੁੱਕੇ ਹਾਂ ਦੁਨੀਆ ਦੇ ਵਿੱਚ। ਅਸੀਂ ਲੱਖ ਤੋਂ ਜ਼ਿਆਦਾ ਮਾਸਕ ਦੇ ਚੁੱਕੇ ਹਾਂ ਜੀ, ਵੰਡ ਚੁੱਕੇ ਹਾਂ। 25,000 ਸੈਨੀਟਾਈਜ਼ਰ, ਇਹ ਸਾਡੇ ਅੰਕੜੇ ਨੇ, ਇਹ ਅਸੀਂ, ਸਾਡੇ ਕੋਲ ਤੱਥ ਨੇ। ਪੂਰੀ ਦੁਨੀਆ ਦੇ ਵਿੱਚ ਸਾਡੇ ਜਿਹੜੇ ਚੈਪਟਰ ਕਾਰਜ ਕਰ ਰਹੇ ਨੇ। ਪੰਜਾਬ ਦੇ ਵਿੱਚ ਜੀ ਮੇਰੇ ਖਿਆਲ ਨਾਲ ਕੋਈ ਸ਼ਹਿਰ ਨਹੀਂ ਹੋਵੇਗਾ ਜਿੱਥੇ ਸਹਾਇਤਾ ਨਾ ਕੀਤੀ ਹੋਵੇ। ਗੁਰਦਾਸਪੁਰ ਹੋਵੇ, ਮੋਹਾਲੀ ਹੋਵੇ, ਡੇਰਾਬੱਸੀ ਹੋਵੇ, ਨਵਾਂ ਸ਼ਹਿਰ ਹੋਵੇ, ਬਰਨਾਲਾ ਹੋਵੇ, ਅੰਮ੍ਰਿਤਸਰ ਹੋਵੇ, ਜਲੰਧਰ ਹੋਵੇ, ਕਪੂਰਥਲਾ ਹੋਵੇ, ਤੇ ਹੁਣ ਵੀ ਉਹ ਕਾਰਜ ਚੱਲ ਰਹੇ ਨੇ। ਸਗੋਂ ਮੈਂ ਤੁਹਾਨੂੰ ਵੀ ਉਹਨਾਂ ਨਾਲ ਰਾਬਤਾ ਰਖਾਵਾਂਗਾ ਜਿਹੜੇ ਸਾਡੇ ਨੌਜਵਾਨ ਜੰਗੀ ਪੱਧਰ ਤੇ ਕਾਰਜ ਕਰ ਰਹੇ ਨੇ। ਸੋ ਇਹ ਜੀ ਬੜੀ ਫਖਰ ਦੀ ਗੱਲ ਆ ਸਾਨੂੰ। ਦੇਖੋ ਇਹ ਗੱਲ ਬੜੀ ਜ਼ਰੂਰੀ ਆ ਭਾਜੀ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਪੰਥ ਨਾਲ ਜੋੜਨਾ, ਕੌਮ ਨਾਲ ਜੋੜਨਾ, ਸਾਨੂੰ ਕੰਮ ਦੇ ਨਾਲ ਜੋੜਨਾ ਪੈਣਾ। ਉਹ ਸਾਨੂੰ ਦੇਖਣਗੇ। ਇਹ ਨਹੀਂ ਕਿ ਮੈਂ ਉਹਨਾਂ ਨੂੰ ਕਹਿਤਾ ਕਿ ਸਿੱਖ ਤਾਂ ਜੀ ਇੰਨੇ ਨਿਆਰੇ ਨੇ, ਸਿੱਖ ਤਾਂ ਇੰਨੇ ਵਧੀਆ ਨੇ, ਸਿੱਖ ਤਾਂ ਇੰਨਾ ਕੁਛ ਕਰਦੇ ਨੇ। ਉਹਨਾਂ ਨੇ ਕਹਿਣਾ ਪਾਪਾ ਜੀ ਉਹ ਤਾਂ ਉਹਨਾਂ ਨੇ ਸਿੰਘਾਂ ਨੇ ਕਰ ਦਿੱਤੇ ਜਿਹੜੇ ਆਪਣੇ ਕੰਮ ਕਰਨੇ ਸੀਗੇ, ਤੁਸੀਂ ਕੀ ਕਰਦੇ ਹੋ? ਸਾਡੇ ਵੱਲ ਦੇਖਣਾ ਨਾ ਉਹਨਾਂ ਨੇ। ਹੁਣ ਜੇ ਮੈਂ ਕਹਾਂ ਕਿ ਚੋਰੀ ਮਾਰੀ ਆ ਕਰਨੀ, ਤੇ ਮੈਂ ਮਤਲਬ ਦੁਕਾਨਾਂ ਤੇ ਜਾ ਕੇ ਜੇਬਾਂ ਚ ਚਿੰਗਮਾ ਪਾਈ ਰੱਖਾਂ, ਤਾਂ ਨਿਆਣੇ ਨੇ ਕਹਿਣਾ ਕਿ ਪਾਪਾ ਕਹਿੰਦਾ ਕੁਛ ਆ, ਕਰਦਾ ਕੁਛ ਆ। ਬਿਲਕੁਲ। ਸੋ ਉਹਨਾਂ ਨੇ ਜਦ ਬੱਚਿਆਂ ਨੇ ਸਾਨੂੰ ਦੇਖਣਾ ਕਿ ਅਸੀਂ ਨਹੀਂ, ਵਾਕਈ ਜਿਹੜੇ ਸਿੱਖੀ ਸਿਧਾਂਤ ਨੇ ਉਹਨਾਂ ਤੇ ਚੱਲਦੇ ਆ। ਜਿੱਥੇ ਕਿਸੇ ਨੂੰ ਲੋੜ ਹੈਗੀ, ਕਿੱਥੇ ਕੋਈ ਭੁੱਖਾ, ਉਹਨੂੰ ਅੰਨ ਦਿੰਦੇ ਆ, ਕਿਸੇ ਦੇ ਤਨ ਨੂੰ ਢੱਕਦੇ ਆ, ਕਿਸੇ ਦੀ ਬਾਹ ਫੜਦੇ ਆ, ਕਿਸੇ ਮਜ਼ਲੂਮ ਦੀ ਆਵਾਜ਼ ਬਣਦੇ ਆ। ਸੋ ਜਦ ਇਹ ਕੁਝ ਉਹ ਦੇਖਦੇ ਨੇ, ਫਿਰ ਉਹ ਇੰਨਾ ਪ੍ਰਭਾਵਿਤ ਹੁੰਦੇ ਨੇ। ਉਹ ਕਹਿੰਦੇ ਨੇ ਯਾਰ ਅਸੀਂ ਵੀ ਇਹੀ ਰਾਹ ਚੁਣਨਾ ਆ, ਇਹੀ ਨਿਆਰਾ ਪੰਥ ਆ, ਤੇ ਅਸੀਂ ਇਹਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਆ ਤੇ ਹਿੱਸਾ ਬਣਨਾ ਚਾਹੁੰਦੇ ਆ। ਅੱਛਾ, ਮੈਂ ਨੌਜਵਾਨ ਗੁਰਵਿੰਦਰ ਸਿੰਘ ਨੂੰ ਸਵਾਲ ਕਰਨਾ ਹੈ
ਮੈਂ ਕਿਉਂਕਿ ਅਸੀਂ ਸੀਰੀਅਸ ਗੱਲਬਾਤ ਕਰਨੀ ਅਗਲੇ 5-7 ਮਿੰਟ, ਲੇਕਿਨ ਮੈਂ ਇੱਕ ਹਲਕਾ ਫੁਲਕਾ ਸਵਾਲ ਨੌਜਵਾਨ ਗੁਰਵਿੰਦਰ ਨੂੰ ਪੁੱਛਣਾ ਹੈ। ਗੁਰਵਿੰਦਰ ਸਿੰਘ, ਜ਼ਰੂਰ। ਛੋਟੀ ਉਮਰ ਹੈ ਤੁਹਾਡੇ ਚਿਹਰੇ ਤੋਂ ਬਹੁਤ ਵੱਡਾ ਤੁਹਾਡਾ ਇਹ ਨਹੀਂ ਲੱਗਦਾ ਕਿ ਸਾਲਾਂ ਦਾ ਅਨੁਭਵ ਹੈ ਤੁਹਾਡੇ ਕੋਲ, ਦਹਾਕਿਆਂ ਦਾ। ਮੈਂ ਇਹ ਪੁੱਛਦਾ ਹਾਂ ਕਿ ਇਹ ਸੰਸਕਾਰ ਕਿੱਥੋਂ ਆਏ? ਜਦੋਂ ਬੰਦਾ ਆਪਣੇ ਪਰਿਵਾਰਾਂ 'ਚ ਖਪਤ ਰਹਿੰਦਾ ਹੈ, ਉਹਨੂੰ ਕੋਈ ਫੁਰਸਤ ਹੀ ਨਹੀਂ ਮਿਲਦੀ, ਉਹ ਸੋਚਦਾ ਯਾਰ ਆਪਣੀ ਕਾਰ ਵੱਡੀ ਕਰ ਲਈਏ, ਮਕਾਨ ਥੋੜਾ ਹੋਰ ਖੁੱਲਾ ਹੋ ਜਾਏ, ਕਾਰੋਬਾਰ ਵੱਧ ਜਾਣ, ਤੇ ਉਦੋਂ ਤੁਹਾਡੇ ਖਿਆਲਾਂ 'ਚ ਸਪਸ਼ਟਤਾ ਮੈਂ ਦੇਖ ਰਿਹਾ, ਸਪਸ਼ਟਤਾ, ਕਲੈਰਿਟੀ, ਸਿਧਾਂਤ ਪ੍ਰਤੀ ਤੁਸੀਂ ਗੱਲਾਂ ਕਰਦੇ ਕਰਦੇ ਕਿਤੇ ਉਕਦੇ ਨਹੀਂ ਪਏ। ਤੁਸੀਂ ਬਿਲਕੁਲ ਉਸ ਭਾਵਨਾ ਜਿਹੜੀ ਗੁਰੂ ਮਹਾਰਾਜ ਤੋਂ ਅੱਗੇ ਆ ਰਹੀ ਆ ਔਰ ਸੀਨਾ ਬਸੀਨਾ ਪੀੜ੍ਹੀ ਦਰ ਪੀੜ੍ਹੀ ਤੁਰਦੀ ਆ ਰਹੀ ਆ, ਉਹਦੇ ਵਿੱਚ ਮੈਂ ਉਹ ਮੌਲਦੀ ਹੋਈ ਪਹਿਲ ਤਾਜ਼ਗੀ ਦੇਖਦਾ ਪਿਆ ਜਿਹੜੀ ਸਾਡੇ ਸਿਧਾਂਤ ਵਿੱਚ ਪਈ ਆ, ਫਲਸਫੇ ਵਿੱਚ ਪਈ ਹੈ। ਸੋ ਇਹ ਗੁਰਵਿੰਦਰ ਸਿੰਘ ਕੋਲ ਕਿੱਥੋਂ ਆ ਰਹੀ ਆ? ਪਰਿਵਾਰ ਦੇ ਸੰਸਕਾਰਾਂ ਤੋਂ ਆ ਰਹੀ ਆ, ਮਾਹੌਲ ਤੋਂ ਆ ਰਹੀ ਆ, ਗੁਰੂ ਘਰਾਂ ਤੋਂ ਆ ਰਹੀ ਆ, ਐਜੂਕੇਸ਼ਨ ਤੋਂ ਆ ਰਹੀ ਆ, ਜਾਂ ਫਿਰ ਸਾਡੀ ਪੁਰਾਤਨਤਾ ਤੋਂ ਆ ਰਹੀ ਆ? ਗੁਰਵਿੰਦਰ ਸਿੰਘ ਦਾ ਸਿਰਫ ਇੱਕ ਅੱਧੇ ਮਿੰਟ ਦੇ ਵਿੱਚ ਮੈਨੂੰ ਪਤਾ ਐਕਸਪਲੇਨ ਕਰਨਗੇ, ਫਿਰ ਅਸੀਂ ਅੱਗੇ ਤੁਰਦੇ ਹਾਂ। ਮੈਨੂੰ ਜੀ ਹਕੀਕੀ ਤੌਰ ਤੇ ਜੀ ਇਹ ਫਾਦਰ ਸਾਹਿਬ ਦੀ ਦੇਣ ਆ। ਫਾਦਰ ਸਾਹਿਬ ਵੀ ਕਾਫੀ ਹੱਦ ਤੱਕ ਉਹ ਇਨਕਲਾਬੀ ਇਨਸਾਨ ਨੇ ਕਿ ਜੇ ਉਹਨਾਂ ਨੂੰ ਦਿਖਦਾ ਕਿ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਹ ਆਪਣਾ ਸਾਰਾ ਕੁਝ ਛੱਡ ਕੇ ਉਹਦੀ ਸਹਾਇਤਾ ਕਰਦੇ ਨੇ। ਉਹਨਾਂ ਨੇ ਚਾਹੇ ਕੰਮ ਆਪਣਾ ਛੱਡਣਾ ਪਵੇ, ਚਾਹੇ ਆਪਣੇ ਕਈ ਵਾਰ ਇਹ ਹੋਇਆ ਕਿ ਅਸੀਂ ਪਰਿਵਾਰਕ ਤੌਰ ਤੇ ਕਿਤੇ ਘੁੰਮਣ ਵੀ ਜਾਣਾ ਸੀਗਾ, ਪਰ ਉਹ ਕਿਉਂਕਿ ਗੁਰਦੁਆਰੇ ਦੀ ਸੇਵਾ ਵਿੱਚ ਹੁੰਦੇ ਨੇ ਤੇ ਉਹਨਾਂ ਦੇਖ ਰਿਹਾ ਜੀ ਕਿਸੇ ਦਾ ਆਨੰਦ ਕਾਰਜ ਆ ਜਾਂ ਕੋਈ ਗੁਜ਼ਰ ਗਿਆ ਆ, ਉਹਨਾਂ ਨੇ ਕਹਿਣਾ ਕਿ ਕੋਈ ਗੱਲ ਨਹੀਂ, ਘੁੰਮ ਫਿਰ ਲਾ, ਅਸੀਂ ਬਾਅਦ 'ਚ ਘੁੰਮ ਫਿਰ ਲਾਂਗੇ, ਪਹਿਲਾਂ ਜਿਹੜੇ ਆਪਣੇ ਫਰਜ਼ ਨੇ ਅਸੀਂ ਉਹ ਨਿਭਾਈਏ। ਸੋ ਕਈ ਵਾਰ ਤਾਂ ਮਹਿਸੂਸ ਹੁੰਦਾ ਸੀਗਾ ਕਿ ਯਾਰ ਮੈਂ ਉੱਥੇ ਘੁੰਮਣ ਜਾਣਾ ਸੀਗਾ ਤੇ ਫਾਦਰ ਸਾਹਿਬ ਨੇ ਸਾਨੂੰ ਰੋਕ ਦਿੱਤਾ। ਛੋਟੇ ਹੁੰਦੇ ਥੋੜਾ ਜਿਹਾ ਲੱਗਦਾ ਸੀਗਾ ਕਿ ਇਹ ਕਿਉਂ ਹੋ ਰਿਹਾ, ਪਰ ਜਦ ਵੱਡੇ ਹੋਣ ਲੱਗੇ ਤਾਂ ਸਾਨੂੰ ਅਹਿਸਾਸ ਹੋਇਆ ਕਿ ਜਿਹੜੀ ਚੀਜ਼ਾਂ ਵਾਕਈ ਅਹਿਮੀਅਤ ਰੱਖਦੀਆਂ ਨੇ ਉਹ ਇਹ ਨਹੀਂ ਹੈਗੀਆਂ ਕਿ ਮੇਰੇ ਕੋਲ ਗੱਡੀ ਵੱਡੀ ਹੋ ਜਾਵੇ ਪਰ ਮੇਰੇ ਸਿਧਾਂਤ ਤੇ ਫਿੱਕੇ ਪੈ ਜਾਣ, ਕਿ ਮੇਰੇ ਕੋਲ ਘਰ ਵੱਡਾ ਹੋਵੇ ਪਰ ਮੇਰੇ ਜਿਹੜੇ ਤੁਸੀਂ ਕਹਿ ਸਕਦੇ ਹੋ ਮੇਰੇ ਧਾਰਮਿਕ ਚਿੰਨ੍ਹ ਮੈਂ ਆਪਣੇ ਗਵਾ ਦੇਵਾਂ, ਕਿਉਂਕਿ ਫਿਰ ਜੇ ਮੇਰੀ ਹੋਂਦ ਹੀ ਨਹੀਂ ਹੈਗੀ। ਭਾਜੀ ਘਰ ਜਿੰਨਾ ਮਰਜ਼ੀ ਵੱਡਾ ਬਣਾ ਲਓ, ਜੇ ਘਰ ਦੀ ਬੁਨਿਆਦ ਕਮਜ਼ੋਰ ਆ ਨਾ, ਉਹ ਘਰ ਨੇ ਅੱਜ ਵੀ ਢਹਿਣਾ, ਕੱਲ ਵੀ ਢਹਿਣਾ ਹੀ ਆ। ਸੋ ਜੇ ਮੈਂ ਚਾਹੁੰਦਾ ਕਿ ਮੇਰੇ ਬੱਚੇ ਜਾਂ ਮੇਰਾ ਆਉਣ ਵਾਲਾ ਕੱਲ ਇੱਕ ਪਰਿਪੱਕਤਾ ਨਾਲ ਅੱਗੇ ਵੱਧ ਸਕਣ ਤੇ ਆਪਣੇ ਇਹ ਨਿਸ਼ਾਨੇ ਨੂੰ ਅੱਗੇ ਲਿਜਾ ਸਕਣ, ਤਾਂ ਸਾਨੂੰ ਆਪ ਵੀ ਦ੍ਰਿੜਤਾ ਨਾਲ ਕਾਰਜ ਕਰਨੇ ਪੈਣੇ ਆ। ਜੇ ਸਾਡੇ ਪੈਰ ਖਿਸਕ ਗਏ ਤੇ ਅਸੀਂ ਵੀ ਦੂਜੀ ਚੀਜ਼ਾਂ ਪਿੱਛੇ ਭੱਜਣ ਲੱਗ ਪਏ, ਜਿਵੇਂ ਭੇਡਾਂ ਹੁੰਦੀਆਂ ਨੇ ਭੇਡ ਚਾਲ ਵਿੱਚ, ਫਿਰ ਜਿਹੜਾ ਅਸੀਂ ਸਿੰਘ ਨਾਂ ਲਿਖਾਇਆ ਆ, ਇੱਕ ਸ਼ੇਰ ਬਣਨ ਦੀ ਗੱਲ ਆ, ਫਿਰ ਉਹ ਤਾਂ ਬੜੀ ਦੂਰ ਦੀ ਗੱਲ ਆ ਨਾ। ਉਹ ਤਾਂ ਫਿਰ ਟੈਟੂ ਲਵਾ ਲਏ, ਗੱਡੀਆਂ 'ਚ ਮਤਲਬ ਸਟicker ਲਵਾ ਲਏ, ਅਸੀਂ ਉਨੇ ਜੋਗੇ ਰਹਿ ਗਏ। ਪਰ ਨਹੀਂ, ਅਸੀਂ ਆਪਣੇ ਹਿੰਮਤ ਦੇ ਨਾਲ ਅਸੀਂ ਆਪਣੇ ਅਟੁੱਟ ਜਿਹੜਾ ਵਿਸ਼ਵਾਸ ਆ ਉਹਨੂੰ ਅੱਗੇ ਲੈ ਕੇ ਜਾਣਾ, ਪਰ ਅਮਲ ਕਰਕੇ ਜੋ ਸਾਡੇ ਸਿਧਾਂਤ ਨੇ ਉਹਨਾਂ ਦੇ ਉੱਪਰ। ਅੱਛਾ, ਗੁਰਵਿੰਦਰ ਸਿੰਘ, ਸੁਰਜੀਤ ਪਾਤਰ ਦੀਆਂ ਕੁਝ ਸਤਰਾਂ ਨੇ, ਉਹ ਆਖਦੇ ਨੇ ਕਿ ਇਹ ਜੋ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੋ ਮਰਮਰ ਤੇ ਉਕਰੇ ਨੇ ਮਿਟ ਜਾਣਗੇ, ਬਲਦੇ ਹੱਥਾਂ ਨੇ ਹਵਾ 'ਚ ਲਿਖੇ ਜੋ ਹਰਫ ਉਹੀ ਸਦਾ ਲਿਖੇ ਰਹਿਣਗੇ। ਤੁਸੀਂ ਲੋਕ ਉਹ ਹਰਫ ਲਿਖ ਰਹੇ ਹੋ ਖਲਾ ਦੇ ਵਿੱਚ, ਸਾਡੇ ਕੌਮੀ ਤਰਾਨੇ ਵਾਂਗ। ਸਾਨੂੰ ਮਾਣ ਹੈ ਤੁਹਾਡੇ ਤੇ। ਹੁਣ ਮੈਂ ਮੁੱਦੇ ਹੋਰ ਵੱਲ ਆ ਜਾਣਾ, ਜਲਦੀ ਗੱਲ ਖਤਮ ਕਰਾਂਗੇ। ਤੁਸੀਂ, ਮੈਨੂੰ ਪਤਾ ਬਹੁਤ ਸਾਰੇ ਰਾਤ ਦੇ ਸਮੇਂ 'ਚ ਕੰਮ ਕਰਦੇ ਹੋ, ਤੁਹਾਡੀ ਉੱਥੇ ਰਾਤ ਹੈ ਔਰ ਤੁਸੀਂ ਸਾਰੀ ਰਾਤ ਮੈਨੂੰ ਪਤਾ ਸੌਂਦੇ ਨਹੀਂ। ਜਿਵੇਂ ਤੁਸੀਂ ਮੈਨੂੰ ਆਪਣਾ ਤਰੀਕਾਕਾਰ ਦੱਸਿਆ ਸੀ ਕੰਮ ਦਾ ਕਿ ਦੁਨੀਆ ਭਰ 'ਚ ਜਿਹੜੇ ਤੁਹਾਡੇ ਲੋਕ ਉਹਨਾਂ ਨਾਲ ਤੁਸੀਂ ਸਾਰੀ ਰਾਤ ਰਾਬਤਾ ਬਣਾ ਕੇ ਰੱਖਦੇ ਹੋ, ਵੱਖ-ਵੱਖ ਖੇਤਰਾਂ 'ਚ, ਵੱਖ-ਵੱਖ ਟਾਈਮ ਜ਼ੋਨ ਦੇ ਵਿੱਚ। ਮੇਰੀ ਬੇਨਤੀ ਹੁਣ ਅਗਲੀ ਇਹ ਆ ਗੁਰਵਿੰਦਰ ਨੂੰ ਕਿ ਤੁਸੀਂ ਜ਼ਿਆਦਾ ਹੀ ਸਿਫਤ ਕਰਦੀ ਭਾਜੀ ਵੈਸੇ। ਨਹੀਂ, ਚਲੋ ਖੈਰ, ਇਹ ਸਾਰੇ ਤੁਹਾਡੇ ਵਰਗੇ ਜਿੰਨੇ ਨੌਜਵਾਨ ਉਹਨਾਂ ਲਈ ਆ, ਕਿਉਂਕਿ ਮੈਨੂੰ ਲੱਗਦਾ ਕਿ ਸਾਡੇ ਹਿੱਸੇ 'ਚ ਇਸ ਤਰ੍ਹਾਂ ਦੀ ਸੇਵਾ ਨਹੀਂ ਆਈ। ਸਾਨੂੰ ਆਪਣੇ ਛੋਟੇ ਭਰਾਵਾਂ ਨੂੰ, ਉਹਨਾਂ ਅਗਲੀ ਪੀੜ੍ਹੀ ਨੂੰ ਇਹ ਸਨਮਾਨ ਦੇਣਾ ਬਣਦਾ ਹੈ ਜਿਹਦੇ ਉਹ ਹੱਕਦਾਰ ਹੈ। ਅਦਰਵਾਈਜ਼ ਮੈਨੂੰ ਲੱਗਦਾ ਹੈ ਕਿ ਇਹ ਅਸੀਂ ਪ੍ਰੇਰਨਾ ਅੱਗੇ ਲੈ ਕੇ ਨਹੀਂ ਤੁਰ ਸਕਾਂਗੇ। ਮੇਰੀ ਜਿਹੜੀ ਐਕਚੁਅਲੀ ਹੁਣ ਮੇਰੀ ਫਾਈਟ ਜਿਹੜੀ ਆ ਉਹ ਇਹ ਹੈ ਕਿ ਜਦੋਂ ਅਸੀਂ ਬਾਹਰੋਂ ਵਿਹਲੇ ਹੋ ਰਹੀਏ, ਸਾਡੇ ਘਰ ਦੇ ਲੋਕ ਜਿਹੜੇ ਤੜਪ ਰਹੇ ਆ। ਗੱਲ ਅਫਗਾਨਿਸਤਾਨ ਦੇ ਸਿੱਖਾਂ ਦੀ ਹੋਈ ਸੀ, ਬੜੇ ਗਰੀਬ ਪਰਿਵਾਰ ਉੱਥੇ ਬਚੇ ਰਹਿ ਗਏ ਆ, ਅਮੀਰ ਉੱਥੋਂ ਨਿਕਲ ਕੇ ਆ ਗਏ ਆ, ਉਹਨਾਂ ਦੀ ਬਾਹ ਫੜਨ ਵਾਲੀ ਕੋਈ ਸੰਸਥਾ ਵੱਡੀ ਨਹੀਂ ਆਈ। ਅਜੇ ਰਾਹ ਪੁੱਛਦੇ ਫਿਰਦੇ ਆ ਖਾਲਸਾ ਏਡ ਵਰਗੇ ਕਿ ਲੋੜ ਆ, ਦੱਸੋ ਕਿਵੇਂ ਕਰੀਏ। ਦੂਜੀ ਗੱਲ, ਪੰਜਾਬ ਦੇ ਵਿੱਚ ਵੀ ਜਿਹੜੇ ਕਿਸਾਨ ਨੇ ਆਮ ਖੁਦਕੁਸ਼ੀਆਂ ਕਰਦੇ ਆ,
ਅਮੂਮਨ ਪੰਜਾਬ ਦੀਆਂ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਵੱਲ ਧਿਆਨ ਹੀ ਨਹੀਂ ਜਾਂਦਾ। ਵੱਡੀਆਂ ਸੰਸਥਾਵਾਂ ਬਾਂਹ ਨਹੀਂ ਫੜਦੀਆਂ, ਸਾਡੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਮਰ ਰਹੀਆਂ ਨੇ, ਸਾਡੇ ਵੱਡੇ ਅਦਾਰੇ ਆਖਰੀ ਸਾਹ ਲੈ ਰਹੇ ਆ ਕਿਉਂਕਿ ਸਾਡੇ ਬੱਚੇ ਸਾਰੇ ਦੇ ਸਾਰੇ ਵਿਦੇਸ਼ ਚਲੇ ਜਾਣਾ ਚਾਹੁੰਦੇ ਆ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਅੱਗੇ ਜਾ ਕੇ ਪ੍ਰਾਥਮਿਕਤਾਵਾਂ ਬਦਲਣੀਆਂ ਪੈਣਗੀਆਂ, ਆਪਣਾ ਘਰ ਵੀ ਬਚਾਉਣਾ ਪਊਗਾ। ਦੁਨੀਆ ਲਈ ਲੜਦਿਆਂ ਲੜਦਿਆਂ ਕਿਤੇ ਘਰ ਪਿੱਛੇ ਖਾਲੀ ਨਾ ਹੋ ਜੇ, ਇਹ ਸਵਾਲ ਵੀ ਵੱਡਾ। ਇਹਦੇ ਲਈ ਕੋਈ ਪਲੈਨਿੰਗ ਕੀਤੀ? ਇਹ ਦੋ ਇਕੱਠੇ ਹੋ ਗਏ ਸਵਾਲ ਜੀ। ਸਗੋਂ ਜੀ ਮੈਂ ਬਾਕੀਆਂ ਸੰਸਥਾਵਾਂ ਦੀ ਗੱਲ ਤਾਂ ਨਹੀਂ ਕਰ ਸਕਾਂ, ਪਰ ਆਪਣੇ ਵੱਲੋਂ ਜ਼ਰੂਰ ਅਸੀਂ ਦੱਸ ਸਕਦੇ ਹਾਂ ਕਿ ਅਸੀਂ ਪੰਜਾਬ 'ਚ ਵੀ ਬੜੇ ਪੱਧਰ ਤੇ ਕੰਮ ਕਰ ਰਹੇ ਹਾਂ ਤੇ ਇਕੱਲੀ ਯੂਨਾਈਟਿਡ ਸਿੱਖ ਸੰਸਥਾ ਹੈ ਜਿਹੜੀ ਜੰਗੀ ਪੱਧਰ ਤੇ ਅਫਗਾਨਿਸਤਾਨ ਦੇ ਵਿੱਚ ਕੰਮ ਕਰ ਰਹੀ ਆ। ਸੋ ਤੇ ਇਹ ਜਿਹੜੇ ਆਪਣੇ ਨੁਮਾਇੰਦੇ ਕਾਰਜ ਕਰ ਰਹੇ ਨੇ ਜੀ ਉੱਥੇ ਰੋਜ਼ਾਨਾ ਦਾਸ ਦੀ ਵੀ ਗੱਲ ਹੁੰਦੀ ਆ, ਕਾਬੁਲ ਦੇ ਵਿੱਚ, ਜਲਾਲਾਬਾਦ ਦੇ ਵਿੱਚ ਤੇ ਗਜ਼ਨੀ ਦੇ ਵਿੱਚ। ਸਗੋਂ 25 ਤਰੀਕ ਨੂੰ ਇਹ ਹਾਦਸਾ ਹੁੰਦਾ ਆ ਜੀ ਤੇ 30 ਤਰੀਕ ਦੇ ਵਿੱਚ ਸਾਡੇ ਵੱਲੋਂ ਰਾਹਤ ਪਹੁੰਚਦੀ ਕੀਤੀ ਜਾਂਦੀ ਆ। ਸੋ ਦੂਜੀਆਂ ਸੰਸਥਾਵਾਂ ਤਾਂ ਸ਼ਾਇਦ ਪੁੱਛਦੀਆਂ ਹੋਣਗੀਆਂ ਸਾਨੂੰ ਦੱਸੋ ਅਸੀਂ ਕੀ ਕਰੀਏ ਜਾਂ ਸਾਡੇ ਤੋਂ ਪਹੁੰਚ ਨਹੀਂ ਹੋਣਾ, ਪਰ ਸਾਨੂੰ ਜੀ 20 ਸਾਲ ਹੋ ਗਏ ਕਾਰਜ ਕਰਦਿਆਂ ਨੂੰ। ਸਾਡੇ 10 ਦੇਸ਼ਾਂ ਵਿੱਚ ਚੈਪਟਰ ਨੇ। ਸੋ ਗਲੋਬਲ ਸੰਸਥਾ ਯੂਨਾਈਟਿਡ ਸਿੱਖਸ। ਸੋ ਸਾਨੂੰ ਕਿਸੇ ਨੂੰ ਇਜਾਜ਼ਤ, ਅਸੀਂ ਕਿਸੇ ਤੋਂ ਇਜਾਜ਼ਤ ਨਹੀਂ ਲੈਣੀ। ਜੇ ਸਾਡਾ ਹੁਣ ਭਰਾ ਉਹ ਕੁਰਲਾ ਰਿਹਾ ਆ, ਹੁਣ ਮੈਂ ਗੁਆਂਢੀ ਨੂੰ ਪੁੱਛਣ ਥੋੜੋ ਜਾਣਾ ਯਾਰ ਮੈਂ ਆਪਣੇ ਭਰਾ ਨੂੰ ਕਿਵੇਂ ਬਚਾਵਾਂ, ਹੈਨਾ ਜੀ। ਜਾਂ ਮੇਰੀ ਇਜਾਜ਼ਤ ਥੋੜੋ, ਮੈਂ ਇਜਾਜ਼ਤ ਥੋੜੋ ਕਿਸੇ ਤੋਂ ਲੈਣੀ ਆ ਕਿ ਮੇਰੇ ਯਾਰ ਭਰਾ ਡੁੱਬ ਰਿਹਾ ਆ, ਤੂੰ ਮੈਨੂੰ ਯਾਰ ਮਾੜਾ ਜਿਹਾ ਦੱਸੀ ਮੈਂ ਕਿਵੇਂ ਬਚਾਵਾਂ। ਨਹੀਂ। ਸੋ ਅਸੀਂ ਜੀ ਕੁਝ ਦਿਨਾਂ ਦੇ ਵਿੱਚ ਹੀ ਸਹਾਇਤਾ ਪਹੁੰਚਦੀ ਕਰ ਦਿੱਤੀ ਸੀਗੀ ਤੇ ਹੁਣ ਵੀ ਪਹੁੰਚਦੀ ਕਰ ਰਹੇ ਹਾਂ। ਸਗੋਂ ਜਿਹੜੇ ਆਪਣੇ ਪਰਿਵਾਰ ਸ਼ਹੀਦ ਹੋ ਗਏ ਸੀਗੇ, ਜਿਹੜੇ ਜ਼ਖਮੀ ਹੋਏ ਸੀ, ਉਹਨਾਂ ਵੱਲ ਅਸੀਂ ਸਹਾਇਤਾ ਪਹੁੰਚਾ ਵੀ ਦਿੱਤੀ ਆ। ਅਤੇ ਜਿਹੜੇ ਪੈਸਪੋਰਟ ਚਾਹੀਦੇ ਨੇ ਸਾਡੇ ਵੀਰਾਂ ਨੂੰ, ਸਾਡੀਆਂ ਭੈਣਾਂ ਨੂੰ ਉੱਥੇ, ਕਿਉਂਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ, ਉੱਥੇ ਜੀ 650 ਦੀ ਗਿਣਤੀ ਆ ਸਾਡੇ ਅਫਗਾਨ ਸਿੱਖ ਭੈਣ ਭਰਾਵਾਂ ਦੀ। ਹਾਂਜੀ, ਹਿੰਦੂ ਵੀ ਉਹਦੇ ਵਿੱਚ ਆਉਂਦੇ ਨੇ ਤਕਰੀਬਨ 40-50 ਸਾਡੇ ਵੀਰ, ਤੇ ਉਹਨਾਂ ਵਿੱਚੋਂ 120 ਪਰਿਵਾਰ ਨੇ ਕੁੱਲ ਪੂਰੇ ਅਫਗਾਨਿਸਤਾਨ ਦੇ ਵਿੱਚ। 2.5 ਲੱਖ ਪਰਿਵਾਰ, 2.5 ਲੱਖ ਸਾਡੀ ਗਿਣਤੀ ਸੀਗੀ। ਹੁਣ ਤੁਸੀਂ ਅੰਦਾਜ਼ਾ ਲਾ ਲਓ 30-35 ਸਾਲਾਂ ਦੇ ਵਿੱਚ 2.5 ਲੱਖ ਤੋਂ 650 ਦੀ ਗਿਣਤੀ ਆ ਗਈ ਜੀ। ਹਾਂਜੀ। ਸੋ ਉਹਦੇ ਵਿੱਚ ਜੀ ਕਈਆਂ ਨੂੰ ਪੈਸਪੋਰਟ ਦੀ ਜ਼ਰੂਰਤ ਹੈ ਕਿਉਂਕਿ ਜੇ 6 ਮਹੀਨੇ ਤੋਂ ਘੱਟ ਥੋੜੀ ਪੈਸਪੋਰਟ ਆ, ਤੁਹਾਡੇ ਵੀਜ਼ੇ ਨਹੀਂ ਲੱਗਦੇ। ਸੋ ਉਹ ਪੈਸਪੋਰਟਾਂ ਦਾ ਵੀ ਅਸੀਂ ਪ੍ਰਬੰਧ ਕਰ ਰਹੇ ਹਾਂ ਤੇ ਜਿਹੜੇ ਉੱਥੇ ਇੱਕ ਸਾਡੇ ਵੀਰ ਭੈਣ ਰਹਿ ਰਹੇ ਨੇ ਉਹਨਾਂ ਵੱਲ ਵੀ ਅਮਦਾਦ ਪਹੁੰਚਦਾ ਉਹ ਵੀ ਕਾਰਜ ਕਰ ਰਹੇ ਹਾਂ। ਸਾਡੇ ਨੁਮਾਇੰਦੇ 3 ਸ਼ਹਿਰਾਂ 'ਚ ਨੇ ਤੇ ਉਹ ਕਾਰਜ ਕਰ ਰਹੇ ਨੇ। ਦਿਨ ਰਾਤ ਸਾਡੀ ਗੱਲਬਾਤ ਹੁੰਦੀ ਹੈ ਕਿ ਕਿਵੇਂ ਉਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਕੀ ਚਾਹੀਦਾ ਆ, ਚਾਹੇ ਉਹਨੂੰ ਕਾਗਜ਼ੀ ਕਾਰਵਾਈ ਕਰਨੀ ਹੋਵੇ, ਚਾਹੇ ਉਹ ਯੂਨਾਈਟਿਡ ਨੇਸ਼ਨਸ ਤੱਕ ਆਵਾਜ਼ ਲੈ ਕੇ ਜਾਣੀ ਹੋਵੇ, ਕਿਉਂਕਿ ਅਸੀਂ ਯੂਨਾਈਟਿਡ ਨੇਸ਼ਨਸ ਨਾਲ ਮਾਨਤਾ ਅਸੀਂ ਪ੍ਰਾਪਤ ਕੀਤੀ ਆ ਭਾਜੀ। ਸੋ ਯੂਨਾਈਟਿਡ ਨੇਸ਼ਨਸ ਦੇ ਹਾਈ ਕਮਿਸ਼ਨਰ ਆਫ ਹਿਊਮਨ ਰਾਈਟਸ, ਹਾਈ ਕਮਿਸ਼ਨਰ ਆਫ ਰੈਫਿਊਜੀਜ਼ ਨੂੰ ਬਕਾਇਦਾ ਤੌਰ ਤੇ ਪੱਤਰ ਵੀ ਜਾ ਚੁੱਕੇ ਨੇ ਤੇ ਅਸੀਂ ਕਮਿਊਨਿਟੀ ਵੱਲੋਂ ਵੀ ਪੱਤਰ ਅਸੀਂ ਪੇਸ਼ ਕਰ ਦਿੱਤੇ ਨੇ ਉਹਨਾਂ ਵੱਲ। ਸੋ ਇਹ ਤਾਂ ਹੋ ਗਈ ਕਾਨੂੰਨੀ ਲੜਾਈ। ਇੱਕ ਹੋ ਗਈ ਇਨਸਾਨੀ ਅਮਦਾਦ, ਉਹ ਵੀ ਪਹੁੰਚਦੀ ਕਰ ਦਿੱਤੀ ਆ। ਤੀਜੀ ਗੱਲ ਹੈ ਜੀ ਐਜੂਕੇਸ਼ਨ। ਸੋ ਉਹਨੂੰ ਅਸੀਂ ਵੇਰਵੇ ਵੀ ਸਿਖਾ ਰਹੇ ਹਾਂ, ਤੁਸੀਂ ਕਿਵੇਂ ਆਪਣੇ ਆਪ ਨੂੰ ਖੜਾ ਕਰਨਾ ਆ, ਤੁਸੀਂ ਆਪਣੇ ਕਾਗਜ਼ੀ ਪੱਤਰ ਕਿਵੇਂ ਕਰਨੇ ਆ, ਲਿਸਟਾਂ ਕਿਵੇਂ ਬਣਾਉਣੀਆਂ ਨੇ, ਕਿਵੇਂ ਪੇਸ਼ ਕਰਨੀਆਂ ਨੇ, ਕਿਵੇਂ ਤੁਸੀਂ ਗੱਲਾਂ ਬਾਤਾਂ ਕਰਨੀਆਂ ਨੇ, ਆਪਣੇ ਜਿਹੜੇ ਵੱਖ-ਵੱਖ ਨੁਮਾਇੰਦਿਆਂ ਨੇ ਉਹਨਾਂ ਦੇ ਅੱਗੇ ਤੁਸੀਂ ਕਿਵੇਂ ਆਉਣਾ ਆ। ਸੋ ਇਹ ਬੜੀ ਫਕਰ ਪਾਉਣ ਦੀ ਗੱਲ ਆ ਜੀ। ਸਾਨੂੰ ਆਪ ਕਹਿੰਦੇ ਨੇ ਭਾਜੀ, ਉਹ ਸਾਨੂੰ ਆਪ ਕਹਿੰਦੇ ਨੇ ਕਿ ਸਾਨੂੰ ਕਾਲਾਂ ਤਾਂ ਬਹੁਤ ਆਈਆਂ ਨੇ ਹਾਲ ਚਾਲ ਪੁੱਛਣ ਲਈ, ਆਪਣੇ ਦਲੀਲਾਂ ਦੇਣ ਲਈ ਜਾਂ ਰਾਏ ਲੈਣ ਲਈ, ਪਰ ਕਹਿੰਦੇ ਕਿ ਤੁਸੀਂ ਇਕੱਲੇ ਹੀ ਹੋ ਜਿਨ੍ਹਾਂ ਨੇ ਸਾਨੂੰ ਕਾਲ ਕਰਕੇ ਇਹ ਪੁੱਛਿਆ ਕਿ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਅਸੀਂ ਪਹੁੰਚ ਕਿਵੇਂ ਕਰੀਏ। ਬਹੁਤ ਬਹੁਤ ਸ਼ਾਬਾਸ਼ ਜੀ। ਸੋ ਅਸੀਂ ਇਹ ਸਾਡੇ ਜੀ ਦੇਖੋ, ਮਤਲਬ ਮੈਂ ਤੁਹਾਨੂੰ ਭਾਈ ਪਹਿਲਾਂ ਹੀ ਗੱਲ ਕੀਤੀ ਨਾ ਕਿ ਦੇਖੋ ਅਸੀਂ ਇੱਕ ਗਲੋਬਲ ਸੰਸਥਾ ਆ, ਪਰ ਮਤਲਬ ਕੀ ਆ, ਕਿਉਂਕਿ ਸਿੱਖ ਅਦਾਰੇ ਤੇ ਬਣੀ ਸੰਸਥਾ ਆ, ਸਾਡਾ ਮਤਲਬ ਇਹ ਆ ਕਿ ਇੱਕ ਸਿੱਖਾਂ ਲਈ 911 ਹੋਈਏ ਕਿ ਜਿੱਤੇ ਵੀ ਸਿੱਖ ਨੂੰ ਜ਼ਰੂਰਤ ਪਵੇ, ਲੋੜ ਪਵੇ, ਉਹ ਆਪਣੇ ਆਪ ਨੂੰ ਇਕੱਲਾ ਨਾ ਮਹਿਸੂਸ ਕਰੇ। ਚਾਹੇ ਉਹ ਵਿਦਿਆਲਿਆ ਵਿੱਚ ਜਾਂਦਾ ਹੋਵੇ, ਉਹਨੂੰ ਇਮਤਿਹਾਨ ਨਾ ਦਿੱਤਾ ਜਾਵੇ ਕਿ ਤੂੰ ਯਾਰ ਕਿਰਪਾਨ ਪਾਈ ਆ, ਚਾਹੇ ਉਹਨੂੰ ਸਕੂਲਾਂ ਵਿੱਚ ਦਾਖਲਾ ਨਾ ਦਿੱਤਾ ਜਾਵੇ ਤੂੰ ਯਾਰ ਦਸਤਾਰ ਬੰਨੀ ਆ। ਇਹੋ ਜਿਹੇ ਧਾਰਮਿਕ ਕੋਈ ਵੀ ਇਹੋ ਜਿਹੀ ਵਿਤਕਰਾ ਹੋਵੇ, ਸਿੱਖ ਆਪਣੇ ਆਪ ਨੂੰ ਇਕੱਲਾ ਨਾ ਮਹਿਸੂਸ ਕਰੇ। ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਦੁਬਾਰਾ ਕਹਿਣਾ ਚਾਹਾਂਗਾ, ਜੇ ਕੋਈ ਵੀ ਆਫਤ ਕਿਸੇ ਵੀ ਸਾਡੇ ਵੀਰ ਭੈਣ ਤੇ ਆ ਰਹੀ ਹੈ, ਜਿੰਨੀ ਸਾਡੀ ਵਿਧ ਹੈਗੀ ਉਸ ਮੁਤਾਬਿਕ ਉਹਦੇ ਵਿੱਚ ਸੰਪਰਕ ਕਰਾਂਗੇ। ਸਾਡੇ ਨਾਲ ਸੰਪਰਕ, ਸਾਡੀ ਵੈਬਸਾਈਟ ਆ, ਸਾਡੀ ਸੋਸ਼ਲ ਮੀਡੀਆ ਪੇਜ ਸੰਪਰਕ ਕਰਨ ਦਾ ਤਰੀਕਾ ਦੱਸ ਦਿਓ। ਔਰ ਮੈਨੂੰ ਨਾਲ ਮੈਂ ਇਹ ਵੀ ਜਾਣਨਾ ਹੈ ਕਿ ਤੁਹਾਡੇ ਨਾਲ ਜਿਹੜੇ 2 ਹੋਰ ਤੁਹਾਡੇ ਵਿੰਗ ਨੇ ਉਹਨਾਂ ਦੇ ਜਿਹੜੇ ਡਾਇਰੈਕਟਰ ਆ ਉਹਨਾਂ ਦਾ ਵੀ ਨਾਂ ਦੱਸ ਦਿਓ, ਕਿਉਂਕਿ ਜਿਹੜੇ ਵੀ ਸਿੰਘ ਜਿੱਥੇ ਜਿੱਥੇ ਲੱਗੇ ਆ ਮੂਰਲੀਆਂ ਸਫਾਂ 'ਚ ਉਹਨਾਂ ਦਾ ਜ਼ਿਕਰ ਹੋਣਾ ਬਣਦਾ। ਤੁਹਾਨੂੰ ਸੰਪਰਕ ਕਿਵੇਂ ਲੋਕ ਕਰਨ, ਕਿਉਂਕਿ ਮੈਨੂੰ ਲੱਗਦਾ ਹੈ ਕਿ ਯਾਰ ਆਪਣਾ ਕੋਈ ਪਰਿਵਾਰਕ ਜੀਵ ਫਸਿਆ ਹੋਵੇ। ਹੁਣ ਇਹਨਾਂ ਦਿਨਾਂ 'ਚ ਕਈ ਮਾਪੇ ਪੰਜਾਬ 'ਚ ਹੈ, ਬੱਚੇ ਉੱਥੇ ਨੇ, ਕਈ ਵੱਖ-ਵੱਖ ਪਰਿਵਾਰ ਇੱਕ ਦੂਜੇ ਨਾਲ ਫਲਾਈਟ ਕੋਈ ਹੈ ਨਹੀਂ, ਕਿਸੇ ਦੀ ਡੈਥ ਹੋ ਜਾਂਦੀ ਆ, ਉਹਦੀਆਂ ਆਖਰੀ ਰਸਮਾਂ ਕਰਨ ਲਈ ਲੋਕ ਜਿਹੜੇ ਆ ਨਾ ਬੜੇ ਤਰਲੇ ਲੈਂਦੇ ਆ।
ਲੋਕ ਧਾਹਾਂ ਮਾਰ ਕੇ ਰੋਂਦੇ ਆ, ਦੂਰ ਦੂਰ ਬਹਿ ਗਏ ਨੇ ਸਾਰੇ। ਦੁਨੀਆ ਬੇਸ਼ੱਕ ਛੋਟੀ ਹੋ ਗਈ, ਲੇਕਿਨ ਅੱਜ ਦੁਨੀਆ ਬੜੀ ਦੂਰ ਹੋ ਗਈ ਫਿਰ। ਸੋ ਮੈਨੂੰ ਲੱਗਦਾ ਕਿ ਤੁਹਾਡੇ ਵਰਗੇ ਨੌਜਵਾਨ ਜਿਹੜੇ ਨੰਗੇ ਧੜ ਲੜ ਰਹੇ ਆ, ਜਿਹੜੇ ਪੈਰ ਚੱਪਲ ਨਹੀਂ ਪਾਉਂਦੇ, ਜੁੱਤੀ ਨਹੀਂ ਪਾਉਂਦੇ, ਤੁਰ ਪੈਂਦੇ ਆ, ਉਹਨਾਂ ਦੀ ਬੜੀ ਲੋੜ ਆ। ਸੋ ਆਪਣਾ ਜਿਹੜਾ ਤੁਹਾਨੂੰ ਸੰਪਰਕ ਕਰਨ ਦਾ ਤਰੀਕਾ ਉਹ ਦੱਸ ਦਿਓ, ਤੇ ਆਪਣੇ ਸਾਥੀਆਂ ਬਾਰੇ ਜ਼ਰੂਰ ਦੱਸ ਦਿਓ। ਜੀ, ਸੋ ਜੀ ਸਾਡੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈਗੀ ਆ www.united6.org, UNITEDSIKHS.org। ਮੈਂ ਬੇਨਤੀ ਕਰਾਂਗਾ ਤੁਹਾਨੂੰ ਭਾਈ, ਤੁਸੀਂ ਆਪਣੇ ਭਾਵੇਂ ਸਕਰੀਨ ਤੇ ਵੀ ਲਾ ਦਿਓ। ਤੇ ਸਾਡੇ ਜਿਹੜੇ ਸੋਸ਼ਲ ਮੀਡੀਆ ਪੇजेस ਨੇ, ਉਹ ਫੇਸਬੁੱਕ ਦੇ ਹੋਣ, ਇੰਸਟਾਗ੍ਰਾਮ ਦੇ ਹੋਣ, ਉਹ ਟਵਿੱਟਰ ਹੋਵੇ, YouTube ਹੋਵੇ, ਉਹ ਵੀ United6 ਆ, UNITEDSIKHS। ਸੋ ਤੁਸੀਂ ਉਸ ਹਿਸਾਬ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੀ ਈਮੇਲ ਵੀਰ ਜੀ ਹੈਗੀ ਆ contact@united6.org। ਸੋ ਇਹ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ ਬਿਲਕੁਲ ਤੁਹਾਡੀ ਜਿਹੜੀ ਗੱਲ ਆ ਨਾ, ਕਿ ਇੰਟਰਨੈਸ਼ਨਲ ਸਾਡੇ ਸਟੂਡੈਂਟ ਜਿਹੜੇ ਸਾਡੇ ਵੀਰ ਭੈਣ ਹੈਗੇ ਨੇ, ਉਹਨਾਂ ਦਾ ਹਾਲ ਫਿਲਹਾਲ ਬਹੁਤ ਬੁਰਾ ਆ, ਚਾਹੇ ਜਿਹੜਾ ਮਰਜ਼ੀ ਦੇਸ਼ ਹੋਵੇ। ਸੋ ਸਾਨੂੰ ਕਾਲਾਂ ਆਉਂਦੀਆਂ ਨੇ, ਸਾਨੂੰ ਈਮੇਲਾਂ ਆਉਂਦੀਆਂ ਨੇ, ਪੰਜਾਬ ਤੋਂ ਆਉਂਦੀਆਂ ਨੇ ਜਾਂ ਕੈਨੇਡਾ ਤੋਂ ਆਉਂਦੀਆਂ ਨੇ, UK ਤੋਂ ਆਉਂਦੀਆਂ ਨੇ, ਕਿ ਮੇਰਾ ਪੁੱਤ ਜੀ ਪੜ੍ਹ ਰਿਹਾ ਨਿਊਯਾਰਕ ਵਿੱਚ ਤੇ ਉਹ ਤਾਂ ਬਾਹਰ ਨਹੀਂ ਜਾ ਸਕਦਾ, ਪੂਰੀ ਪਾਬੰਦੀ ਲੱਗੀ ਹੋਈ ਆ। ਜਾਂ ਮੇਰਾ ਪੁੱਤ ਜੀ ਪੜ੍ਹ ਰਿਹਾ, ਕੈਨੇਡਾ ਵਾਲਿਆਂ ਦੇ ਫੋਨ ਆ ਰਹੇ ਨੇ, ਮੇਰਾ ਪੁੱਤ ਜੀ ਪੜ੍ਹ ਰਿਹਾ ਆਸਟ੍ਰੇਲੀਆ ਦੇ ਵਿੱਚ, ਤੇ ਮੈਂ ਉਹਦੇ ਲਈ ਕੁਝ ਕਰ ਨਹੀਂ ਸਕਦਾ, ਮੇਰੀ ਬਾਂਹ ਫੜੋ। ਅਸੀਂ ਹਜ਼ਾਰਾਂ ਦੇ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਮੀਲ ਵੀ ਦਿੱਤੇ ਨੇ, ਰਾਸ਼ਨ ਪਾਣੀ ਵੀ ਦਿੱਤਾ ਆ, ਕਈਆਂ ਦੇ ਕਿਰਾਏ ਤੱਕ ਵੀ ਦਿੱਤੇ ਨੇ ਜੀ। ਸੋ ਇਹ ਦੇਖੋ ਭਾਜੀ, ਫਰਜ਼ ਹੈ ਜੇ ਢਾਂਚਾ ਬਣਿਆ ਹੋਇਆ ਨਾ, ਜੇ ਅਕਾਲ ਪੁਰਖ ਨੇ ਸਾਨੂੰ ਇੰਨੀ ਸਮਰੱਥਾ ਬਖਸ਼ੀ ਕਿ ਅਸੀਂ ਢਾਂਚਾ ਬਣਾਇਆ ਸਿੱਖ ਕੌਮ ਲਈ ਤੇ ਸਾਡੇ ਪੰਥ ਲਈ, ਪਰ ਉਹ ਢਾਂਚੇ ਦਾ ਇਸਤੇਮਾਲ ਵੀ ਹੋਣਾ ਚਾਹੀਦਾ, ਉਹਦੀ ਵਰਤੋਂ ਵੀ ਹੋਣੀ ਚਾਹੀਦੀ ਆ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹੁਣ ਅਫਗਾਨਿਸਤਾਨ ਦੀ ਗੱਲ ਲੈ ਲਓ, ਤੇ ਜਾਂ ਸੀਰੀਆ ਦੀ ਗੱਲ ਲੈ ਲਓ, ਕਿਉਂਕਿ ਕਈਆਂ ਨੇ ਕਿਹਾ ਕਿ ਸੀਰੀਆ ਜਾ ਚੁੱਕੇ ਆ ਜਾਂ ਨਹੀਂ ਜਾ ਚੁੱਕੇ। United6 ਜੀ ਸੀਰੀਆ ਦੇ ਵਿੱਚ ਜਾ ਕੇ ਸਹਾਇਤਾ ਕੀਤੀ ਸੀ, ਜਿਹੜਾ ਲੋੜੀਂਦਾ ਸਮਾਨ ਆ ਪਹੁੰਚਦਾ ਕੀਤਾ ਸੀ ਸੀਰੀਆ ਦੇ ਵਿੱਚ ਜਾ ਕੇ, ਤੇ ਹੁਣ ਅਸੀਂ ਇਹੀ ਕੰਮ ਅਫਗਾਨਿਸਤਾਨ ਵਿੱਚ ਕਰ ਰਹੇ ਹਾਂ। ਰਹੀ ਗੱਲ ਪੰਜਾਬ ਦੀ, ਭਾਜੀ ਮੈਂ ਬੇਨਤੀ ਕਰਾਂਗਾ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਾਡੀ ਵੈਬਸਾਈਟ ਤੇ ਜਰੂਰ ਜਾਇਓ, ਤੇ ਪੰਜਾਬ ਦੇ ਵਿੱਚ ਅਸੀਂ ਕੀ ਕਾਰਜ ਕਰ ਰਹੇ ਹਾਂ। ਚਾਹੇ ਉਹ 300 ਪਰਿਵਾਰ ਨੇ ਜਿਨ੍ਹਾਂ ਦੇ ਜੀ ਕਿਸਾਨ ਖੁਦਕੁਸ਼ੀ ਕਰ ਚੁੱਕੇ ਨੇ, ਅਸੀਂ ਉਹਨਾਂ ਦੀ ਸਾਰ ਲੈ ਰਹੇ ਹਾਂ, ਉਹਨਾਂ ਨੂੰ ਪੈਨਸ਼ਨ ਲਾਈ ਹੋਈ ਆ। ਜਾਂ ਜਦ ਹੜ੍ਹ ਆਏ ਸੀਗੇ, ਅਸੀਂ ਇਹਨੇ ਵੱਡੇ ਪੱਧਰ ਤੇ ਆਪਣੀ ਖਾਦ ਦਿੱਤੀ, ਜੋ ਹਰਾ ਚਾਰਾ ਦਿੱਤਾ, ਜੋ ਰਾਸ਼ਨ ਪਾਣੀ ਦਿੱਤਾ, ਤੇ ਉਹ ਅੱਜ ਵੀ ਚੱਲ ਰਿਹਾ ਆ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ, ਪੰਜਾਬ ਦੇ ਪਿੰਡ ਵਿੱਚ, ਤੇ ਪੰਜਾਬ ਦੇ ਸ਼ਹਿਰ ਦੇ ਵਿੱਚ। ਸਗੋਂ ਸਾਡੀ ਟੀਮ ਨੇ 10 ਦਿਨ ਦੀ ਟ੍ਰਿਪ ਬਣਾਉਣੀ ਹੈ ਪੰਜਾਬ ਦੀ, ਉਹਦੇ ਬਾਰੇ ਵੀ ਸਾਡੇ ਵੈਬਸਾਈਟ ਤੇ ਜਾ ਕੇ, ਸਾਡੀ ਫੇਸਬੁੱਕ ਤੇ ਜਾ ਕੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ, ਦੇਖ ਵੀ ਸਕਦੇ ਹੋ ਕਿ ਜਦ ਅਸੀਂ ਤੁਹਾਡੇ ਸ਼ਹਿਰ ਵਿੱਚ ਆਵਾਂਗੇ, ਸਾਡੇ ਨੂੰ ਦੱਸੋ ਤੁਹਾਡੀ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਸਾਡੇ ਸਿਗਲੀਗਰ ਸਿੱਖ ਜਿਹੜੇ ਕਈ ਵਾਰ ਅਸੀਂ WhatsApp ਤੇ ਦੇਖ ਕੇ, ਮੈਸੇਜਾਂ ਦੇਖ ਕੇ ਬੜਾ ਮਨ ਉਦਾਸ ਹੁੰਦਾ, ਤੇ ਅਸੀਂ ਚਲੋ ਅੱਗੇ ਫੋਰਵਰਡ ਕਰ ਦਿੰਦੇ ਹਾਂ। ਅਸੀਂ ਫੋਰਵਰਡ ਕਰਨ ਵਾਲੇ ਨਹੀਂ ਹੈਗੇ, ਅਸੀਂ ਕਾਰਜ ਕਰਨ ਵਾਲੇ ਹਾਂ। ਸੋ ਜਦ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਇਹ ਜੀ ਮੈਸੇਜ ਆਉਂਦੀ ਹੈ, ਅਸੀਂ ਉਸੇ ਵੇਲੇ ਸੰਪਰਕ ਕਰਦੇ ਹਾਂ, ਤੇ ਜਿਹੜਾ ਉਹਨਾਂ ਨੂੰ ਪਹੁੰਚਦਾ ਸਮਾਨ ਆ ਉਹ ਪਹੁੰਚਾਉਂਦੇ ਹਾਂ। ਤਾਂ ਤੁਸੀਂ ਉਹ ਵੀ ਸਾਡੇ ਫੇਸਬੁੱਕ ਤੇ ਦੇਖ ਸਕਦੇ ਹੋ ਕਿ ਵੱਖ-ਵੱਖ ਸਿਗਲੀਗਰ ਜਿਹੜੇ ਸਿੱਖ ਨੇ, ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੋ ਵਸਦੇ ਨੇ, ਉਹਨਾਂ ਨੂੰ ਜਿਹੜੀ ਜ਼ਰੂਰਤਾਂ ਨੇ ਉਹ ਅਸੀਂ ਕਿਵੇਂ ਪੂਰੀਆਂ ਕਰ ਰਹੇ ਹਾਂ। ਤੇ ਜਿਹੜੇ ਸਾਡੇ ਜੀ ਵੀਰ ਭੈਣ ਲੱਗੇ ਹੋਏ ਨੇ, ਦੇਖੋ ਜੀ ਅਸੀਂ ਸਾਰੇ ਸੇਵਾਦਾਰ ਹਾਂ, ਮੁੱਕਦੀ ਗੱਲ ਇਹ ਆ। ਪਰ ਸਾਡੇ ਵੀਰ ਹੋ ਗਏ, ਹਰਦਿਆਲ ਸਿੰਘ ਜੀ ਹੋ ਗਏ, ਜਿਹੜੇ ਕਾਫੀ ਹੱਦ ਤੱਕ ਲੀਗਲ ਵਿੰਗ ਹੈਡ ਕਰਦੇ ਨੇ, ਮਜਿੰਦਰਪਾਲ ਭੈਣ ਜੀ ਹੁਣੀ ਹੋ ਗਏ, ਜਿਹੜੇ ਲੀਗਲ ਵਿੰਗ ਹੈਡ ਕਰਦੇ ਆ, ਤੇ ਜਿਹੜੇ ਆਪਣੇ ਐਜੂਕੇਸ਼ਨ ਹੋ ਗਈ ਉਹਦੇ ਕਾਫੀ ਹੱਦ ਤੱਕ ਆਪਣੇ ਗੁਰਵਿੰਦਰ ਸਿੰਘ ਹੋ ਗਏ ਆਸਟ੍ਰੇਲੀਆ ਤੋਂ, ਜਸਮੀਤ ਸਿੰਘ ਹੋ ਗਏ ਆਪਣੇ ਇੰਡੀਆ ਤੋਂ, ਪਰਮਿੰਦਰ ਸਿੰਘ ਹੋਣੀ ਹੋ ਗਏ ਪੰਜਾਬ ਤੋਂ, ਗੁਰਪ੍ਰੀਤ ਸਿੰਘ ਹੋਣੀ ਹੋ ਗਏ। ਸੋ ਕਾਫੀ ਵੱਡੇ ਪੱਧਰ ਤੇ ਜੀ ਸਾਡੀ ਸੰਸਥਾ, ਕਿਉਂਕਿ ਮੈਂ ਦੁਬਾਰਾ ਕਹਾਂਗਾ, ਇਹ ਸੇਵਾਦਾਰਾਂ ਦੀ ਸੰਸਥਾ ਆ, ਇਹ ਪਰਸਨੈਲਿਟੀ ਬੇਸਡ ਆਰਗੇਨਾਈਜੇਸ਼ਨ ਨਹੀਂ ਹੈਗੀ ਕਿ ਤੁਸੀਂ ਇੱਕ ਬੰਦੇ ਵੱਲ ਤੱਕੋਗੇ। ਇਹ ਸੰਸਥਾ ਹੈਗੀ ਆ ਕੰਮ ਕਰਨ ਵਾਲਿਆਂ ਦੀ, ਸੇਵਾਦਾਰਾਂ ਦੀ। ਵੈਸੇ ਸਾਰੀਆਂ ਸੰਸਥਾਵਾਂ ਇਹ ਹੁੰਦੀਆਂ ਨੇ, ਪਰ ਸਾਡਾ ਜੀ ਮਾਡਲ ਇਹ ਤਰੀਕੇ ਨਾਲ ਬਣਿਆ ਹੋਇਆ ਆ ਕਿ ਅਸੀਂ ਕੰਮ ਦੇਖਦੇ ਹਾਂ, ਸੇਵਾ ਦੇਖਦੇ ਹਾਂ, ਤੇ ਉਹਨੂੰ ਕਿਵੇਂ ਕੀਤਾ ਜਾਵੇ ਉਸ ਵੱਲ ਸਾਡਾ ਧਿਆਨ ਜਾਂਦਾ। ਗੁਰਵਿੰਦਰ ਬਹੁਤ ਮਿਹਰਬਾਨੀ। ਲੇਕਿਨ ਇੱਕ ਜਾਂਦੇ ਕਿਉਂਕਿ ਮੈਂ ਹੋ ਸਕਦਾ ਤੁਹਾਡੇ ਨਾਲੋਂ ਉਮਰ 'ਚ ਵੱਡਾ ਹੈ, ਔਰ ਮੈਨੂੰ ਇੰਜ ਲੱਗਦਾ ਹੈ ਕਿ ਮੇਰਾ ਸੁਝਾਅ ਹੈ ਪੰਜਾਬ ਕਲਚਰਲ ਖਾਸੇ ਦੇ ਨਜ਼ਰੀਏ ਤੋਂ ਥੋੜਾ ਪਛਾਣ ਜਾ ਰਿਹਾ। ਸਾਡੇ ਕਰਿਕੂਲਮ ਭਾਵੇਂ ਬਹੁਤ ਬਿਹਤਰ ਹੈ, ਲੇਕਿਨ ਸਾਡੇ ਪਛਾਣ ਦੇ ਸਾਡੇ ਛੋਟੇ ਮਸਲੇ ਜਿਉਂ ਦੇ ਤਿਉਂ ਖੜੇ ਆ। ਸਾਡੇ ਬੱਚਿਆਂ ਦੇ ਵਿੱਚ ਉਹ ਵੈਲਿਊਜ਼ ਇਨਕਲਕੇਟ ਨਹੀਂ ਕਰ ਪਾ ਰਹੇ ਅਸੀਂ ਸਕੂਲੀ ਸਿਸਟਮ ਦੇ ਵਿੱਚ। ਜੇ ਤੁਸੀਂ ਅੱਗੇ ਜਾ ਕੇ ਕਿਤੇ ਜਿਹੜਾ ਸਾਡਾ ਇੱਕ ਐਥਿਕ ਜਿਹਨੂੰ ਕਹਿੰਦੇ ਹੁੰਦੇ, ਐਥੀਕਲੀ ਅਸੀਂ ਕੁਝ ਕਰ ਸਕੀਏ, ਜੇ ਅਸੀਂ ਕੋਈ ਛੋਟਾ ਜਿਹਾ ਧਾਰਮਿਕ ਉਪਰਾਲਾ ਰੱਖ ਸਕੀਏ ਸਮੂਹਿਕ ਤੌਰ ਤੇ, ਤੁਸੀਂ ਜੇਕਰ ਬਲਾਕ ਨਹੀਂ, ਮੈਂ ਤਹਿਸੀਲ ਪੱਧਰ ਤੇ ਕਹੂੰਗਾ, ਜ਼ਿਲ੍ਹਾ ਪੱਧਰ ਤੇ ਕੁਝ ਇਸ ਤਰ੍ਹਾਂ ਦਾ ਹੋ ਜੇ ਕਿ ਤੁਸੀਂ
ਛੋਟੇ ਜਿਹੇ ਫੰਡ ਦੇ ਨਾਲ ਵੱਖ-ਵੱਖ ਥਾਵਾਂ ਤੇ ਬੱਚਿਆਂ ਨੂੰ ਉਸ ਇਤਿਹਾਸ ਨਾਲ ਜੋੜ ਸਕੋ। ਅਕਸਰ ਸਕੂਲਾਂ ਕੋਲ ਇਸ ਤਰ੍ਹਾਂ ਦੇ ਫੰਡਸ ਵੀ ਨਹੀਂ ਹੁੰਦੇ। ਜੇਕਰ ਤੁਸੀਂ ਇਸ ਤਰ੍ਹਾਂ ਦੀ ਸਪੋਰਟ ਕਰਕੇ ਉਹ ਸਪਿਰਿਟ ਜਗਾ ਸਕੋ ਜਿਹੜੀ ਤੁਹਾਡੇ 'ਚ ਕੰਮ ਕਰਨ ਦੌਰਾਨ ਹੈ, ਤੁਹਾਡੇ ਬੱਚਿਆਂ 'ਚ ਤੁਹਾਨੂੰ ਦੇਖ ਕੇ ਆ ਰਹੀ ਹੈ, ਔਰ ਜਿਹੜੇ ਲੋਕ ਲੋੜਵੰਦ ਆ ਜਿਨ੍ਹਾਂ ਤੱਕ ਇਹ ਚੀਜ਼ਾਂ ਨਹੀਂ ਪਹੁੰਚਦੀਆਂ, ਸਿਸਟਮ ਨਹੀਂ ਉਹਨਾਂ ਨੂੰ ਦਿੰਦਾ, ਸਾਡੀ ਐਜੂਕੇਸ਼ਨਲ ਪਾਲਿਸੀ ਦੇ ਵਿੱਚ ਇਸ ਤਰ੍ਹਾਂ ਦਾ ਕਰਿਕੂਲਮ ਨਹੀਂ ਹੈ, ਉਹਦੇ ਲਈ ਵੀ ਅੱਗੇ ਜਾ ਕੇ ਉਪਰਾਲਾ ਕਰਿਓ, ਕਿਉਂਕਿ ਆਪਣੀ ਸੱਭਿਅਤਾ ਤਾਂ ਬਚੇ ਰਹਿਣਾ, ਆਪਣੇ ਜਿਹੜੇ ਸਾਡੇ ਖਾਸੇ ਨੇ ਸਿੰਘਾਂ ਦੇ, ਸਿੱਖਾਂ ਦੇ, ਉਹਦਾ ਵੀ ਤੁਰਦੇ ਰਹਿਣਾ ਉਨਾ ਹੀ ਜ਼ਰੂਰ ਆ ਜਿੰਨਾ ਸਾਡੇ ਲੰਗਰਾਂ ਦਾ, ਸਾਡੀ ਸੇਵਾ ਦਾ। ਸੋ ਮੇਰਾ ਖਿਆਲ ਤੁਸੀਂ ਇਹ ਜ਼ਰੂਰ ਕਰੋਗੇ। ਜਾਂਦੇ ਜਾਂਦੇ ਕੋਈ 2 ਲਫ਼ਜ਼ ਮੈਨੂੰ ਖੁਸ਼ੀ ਹੋਊ। ਜ਼ਰੂਰ ਜੀ ਭਾਈ। ਸੋ ਇਹ ਗੱਲ ਦੇ ਵਿੱਚ ਵੈਸੇ ਅਸੀਂ ਕਾਰਜ ਕਰ ਰਹੇ ਹਾਂ ਜੀ, ਜਿਹੜੇ ਵਿਦਿਆ ਦੇ ਅਦਾਰੇ ਨੇ, ਕਿ ਸਿਰਫ ਉਹ ਇਹ ਨਹੀਂ ਕਿ ਗਿਣਤੀ ਮਿਣਤੀ ਤੱਕ ਹੀ ਰਹਿ ਜਾਵੇ। ਜਿਹੜਾ ਸਾਡਾ ਦੂਜਾ ਸ਼ਾਖਾ ਜੀ ਐਜੂਕੇਸ਼ਨ ਤੇ ਇੰਪਾਵਰਮੈਂਟ, ਇੱਕ ਵਿਦਿਆ ਤਾਂ ਦੇਣੀ ਆ, ਪਰ ਜਿਹੜਾ ਇੰਪਾਵਰ ਕਰਨਾ, ਕਿ ਜਿਹੜੇ ਬੰਦੇ ਨੂੰ ਉਜਾਗਰ ਕਰਨਾ ਆ, ਜਿਹੜੇ ਉਹਨੂੰ ਮਾਣ ਮਹਿਸੂਸ ਕਰਾਉਣਾ ਕਿ ਤੂੰ ਕੌਣ ਆ, ਉਹ ਸਾਡੇ ਵਿਰਸੇ ਤੋਂ ਹੀ ਮਿਲੂਗਾ। ਉਹ ਮੈਂ ਕੋਈ ਅਣਮਿੱਥੀਆਂ ਕਹਾਣੀਆਂ ਨਹੀਂ ਉਹਨਾਂ ਨੂੰ ਸੁਣਾ ਸਕਦਾ ਬੱਚਿਆਂ ਨੂੰ। ਸੋ ਜਿਹੜਾ ਸਾਡਾ ਗੌਰਵਮਤੀ ਇਤਿਹਾਸ ਆ, ਜਿਹੜੇ ਸਾਡੇ ਗੁਰੂ ਸਾਹਿਬ ਦੇ ਸਿਧਾਂਤ ਨੇ, ਜਿਹੜੀ ਗੁਰਬਾਣੀ ਆ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਆ, ਸਾਨੂੰ ਉਹੀ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਪੈਣਾ ਆ। ਤੇ ਉਹ ਜੀ ਅਸੀਂ ਕਰ ਰਹੇ ਹਾਂ ਭਾਜੀ। ਬੱਚਿਆਂ ਦੇ ਨਾਲ ਆਪਣੇ ਕੈਂਪਸ ਵੀ ਚੱਲਦੀਆਂ ਨੇ, ਸਾਡੇ ਸੈਮੀਨਾਰਸ ਵੀ ਲੱਗਦੇ ਨੇ, ਸਾਡੀ ਕਾਨਫਰੰਸਾਂ ਵੀ ਹੁੰਦੀਆਂ ਨੇ। ਪਰ ਬਿਲਕੁਲ ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਕਿ ਦੇਖੋ, ਸਾਨੂੰ ਵੀ ਲੱਗਦਾ ਕਿ ਜੇ ਅਸੀਂ ਜਿੰਨਾ ਵੀ ਕਰ ਰਹੇ ਹਾਂ ਓਨਾ ਹੀ ਘੱਟ ਆ, ਕਿਉਂਕਿ ਜਿੰਨਾ ਹੁਣ ਜੇ ਫਰਜ਼ ਕਰੋ ਅਸੀਂ 25 ਲੱਖ ਮੀਲ ਵੰਡ ਦੇ ਦਿੱਤੇ, ਸਾਨੂੰ ਗੁਰੂ ਸਾਹਿਬ ਨੇ ਨਹੀਂ ਬਖਸ਼ਿਸ਼ ਕੀਤੀ ਆ, ਪਰ ਇਹ ਅੰਦਾਜ਼ਾ ਲਾ ਲਓ ਕਿ ਭੁੱਖਮਰੀ ਤਾਂ ਮਿੱਟੀ ਨਹੀਂ ਨਾ। ਸੋ ਜਿੰਨਾ ਬਿਲਕੁਲ ਜੀ, ਜਿੰਨਾ ਅਸੀਂ ਕਰਦੇ ਭਾਈ, ਅਸੀਂ ਜ਼ਰੂਰ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਸਾਡਾ ਹੌਸਲਾ ਵੀ ਜ਼ਰੂਰ ਤੁਸੀਂ ਵੀ ਬੁਲੰਦ ਕਰਦੇ ਹੋ। ਤੁਹਾਡੇ ਵਰਗੇ ਵੀਰ ਸਾਨੂੰ ਸਾਡੀ ਸਹਾਇਤਾ ਕਰਕੇ ਸਾਡੀ ਜਿਹੜੀ ਆਵਾਜ਼ ਅੱਗੇ ਲਿਜਾਣ ਦੀ ਗੱਲ ਕਰਦੇ ਹੋ। ਸੋ ਅਸੀਂ ਵੀ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ, ਸਾਡੇ ਨਾਲ ਜੁੜੋ, ਯੂਨਾਈਟਿਡ ਸਿੱਖ ਸੰਸਥਾ ਨਾਲ ਤੁਸੀਂ ਵੋਲੰਟੀਅਰ ਕਰੋ। ਜੇ ਮਾਇਕ ਤੌਰ ਤੇ ਸੇਵਾ ਕਰ ਸਕਦੇ ਹੋ ਉਹ ਕਰੋ, ਜੇ ਆਪਣੇ ਵਿਚਾਰਾਂ ਨਾਲ ਜਾਂ ਆਪਣੀ ਸਹਾਇਤਾ ਦੇ ਸਕਦੇ ਹੋ ਜਾਂ ਸੁਝਾਅ ਦੇ ਸਕਦੇ ਹੋ ਉਹ ਦਿਓ। ਕਿਉਂਕਿ ਦੇਖੋ, ਇਹ ਪੰਥ ਗੁਰਵਿੰਦਰ ਸਿੰਘ ਦਾ ਇਕੱਲਾ ਨਹੀਂ ਹੈਗਾ, ਇਹ ਪੰਥ ਸਾਡੇ ਸਾਰਿਆਂ ਦਾ ਆ, ਸਾਂਝਾ ਆ। ਤੇ ਇਹ ਪੰਥ ਨੂੰ ਅਸੀਂ ਸੰਭਾਂਗੇ। ਜੇ ਪੰਥ ਕੀ ਰੱਖੋਗੇ ਤਾਂ ਗ੍ਰੰਥ ਕੀ ਰਹੇਗੀ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਤਾਂ ਸਾਨੂੰ ਆਪਣਾ ਪੰਥ ਸੰਭਾਲਣਾ ਪੈਣਾ ਹੀ ਆ, ਸਾਨੂੰ ਆਪਣਾ ਵਿਰਸਾ ਸੰਭਾਲਣਾ ਪੈਣਾ ਹੀ ਆ। ਤੇ ਉਹਦੇ ਨਾਲ ਹੀ ਸਾਡੀ ਜੜ੍ਹਾਂ ਨੇ ਉਹ ਮਜ਼ਬੂਤ ਰਹਿਣਗੀਆਂ, ਤੇ ਫਿਰ ਹੀ ਅਸੀਂ ਜਿਹੜੇ ਸਾਡੀ ਟਾਹਣੀਆਂ ਨੇ ਉਹ ਕਿਸੇ ਹੋਰ ਨੂੰ ਛਾਂ ਦੇ ਸਕਣਗੀਆਂ। ਇਹੀ ਸਾਡੇ ਵਿਚਾਰ ਨੇ। ਤੇ ਦੁਬਾਰਾ ਮੈਂ ਬੇਨਤੀ ਕਰਾਂਗਾ, ਯੂਨਾਈਟਿਡ ਸਿੱਖ ਸੰਸਥਾ ਨਾਲ ਜ਼ਰੂਰ ਸਾਰੇ ਜੁੜਨ। ਸਾਡੇ ਫੇਸਬੁੱਕ ਪੇਜ, ਸਾਡੇ ਸੋਸ਼ਲ ਮੀਡੀਆ ਪੇਜ ਤੇ ਆ ਕੇ ਸਾਨੂੰ ਲਾਈਕ ਕਰੋ, ਸ਼ੇਅਰ ਕਰੋ, ਸੁਝਾਅ ਦਿਓ ਤੇ ਸਾਡੇ ਨਾਲ ਇੱਕ ਹਿੱਸਾ ਬਣੋ। ਕਿਉਂਕਿ ਯੂਨਾਈਟਿਡ ਸਿੱਖ ਸੇਵਕ ਇੱਕ ਸੇਵਾ ਦੇ ਆਧਾਰ ਤੇ ਬਣੀ ਸੰਸਥਾ ਆ, ਤੇ ਤੁਸੀਂ ਵੀ ਸਾਰੇ ਇਕੱਠੇ ਹੋ ਕੇ ਮੈਂ ਬੇਨਤੀ ਕਰਾਂਗਾ ਸਾਰੇ ਰਲ ਮਿਲ ਕੇ ਅਸੀਂ ਸੇਵਾ ਕਰੀਏ। ਤੇ ਭਾਈ ਤੁਹਾਡੇ ਵੱਲੋਂ ਵੀ ਕੋਈ ਸੁਝਾਅ ਹੋਵੇ, ਕੋਈ ਗੱਲ ਹੋਵੇ, ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। ਤੁਹਾਨੂੰ ਲੱਗਦਾ ਹੋਵੇ ਕਿਸੇ ਨੂੰ ਜ਼ਰੂਰਤ ਪੈ ਰਹੀ ਆ, ਕੋਈ ਕੁਰਲਾ ਰਿਹਾ, ਕੋਈ ਉਹਦੇ ਵੱਲ ਪਹੁੰਚ ਨਹੀਂ ਰਿਹਾ, ਮੈਂ ਇਹ ਜ਼ਰੂਰ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹਾਂਗਾ ਕਿ ਜਿੰਨਾ ਸਾਹ ਰਹਿੰਦਾ ਗੁਰਵਿੰਦਰ ਸਿੰਘ ਦਾ, ਇਹ ਸਾਹ ਸੱਚ ਹੀ ਬੋਲਦਾ ਰਹੇ ਤੇ ਜੋ ਗੱਲ ਕਰਦਾ ਉਹ ਅਸੀਂ ਪੁਗਾ ਸਕੀਏ, ਉਹਦੇ ਤੇ ਨਿੱਤਰ ਸਕੀਏ। ਇਹੀ ਅਸਲ ਸਹੀ ਮਾਇਨੇ ਅਸੀਂ ਆਪਣੇ ਗੁਰੂਆਂ ਦੇ ਜੋ ਹੈਗੇ ਨੇ ਗੁਰੂਆਂ ਵੱਲ ਸਾਡੀ ਸ਼ਰਧਾਂਜਲੀ ਹੋਵੇਗੀ, ਤੇ ਉਹ ਵੀ ਦੇਖ ਕੇ ਕਹਿਣਗੇ ਕਿ ਵਾਕਈ ਮੈਂ ਆਪਣਾ ਸਰਬੰਸ ਵਾਰਿਆ ਸੀ ਤੇ ਇਹ ਕੌਮ ਉਸੇ ਦਿਸ਼ਾ ਨਿਰਦੇਸ਼ੇ ਤੇ ਚੱਲਦੀ। ਸੋ ਇਹ ਸਨ ਸਰਦਾਰ ਗੁਰਵਿੰਦਰ ਸਿੰਘ, ਯੂਨਾਈਟਿਡ ਸਿੱਖਸ ਤੋਂ। ਬੜੇ ਸੋਹਣੇ ਸੁੱਚੇ ਵਿਚਾਰ ਨੇ ਇਹਨਾਂ ਦੇ। ਮੈਂ ਬੇਨਤੀ ਕਰਦਾ ਕਿ ਜਿਹੜੇ ਸਹਿੰਦੇ ਲੋਕ ਹੈ ਉਹ ਇਹਨਾਂ ਨੂੰ ਮਦਦ ਕਰਨ, ਤੇ ਜਿਨ੍ਹਾਂ ਨੂੰ ਮਦਦ ਦੀ ਲੋੜ ਆ ਉਹ ਇਹਨਾਂ ਤੱਕ ਪਹੁੰਚ ਕਰਨ। ਲੇਕਿਨ ਨਾਲ ਦੀ ਨਾਲ ਇਹੋ ਜਿਹੇ ਸਿੱਖਾਂ ਲਈ ਤੇ ਇਹੋ ਜਿਹੀਆਂ ਸੰਸਥਾਵਾਂ ਲਈ ਅਰਦਾਸ ਕਰਿਓ, ਅਸੀਸ ਦਿਓ, ਤਾਂ ਕਿ ਸਿੱਖਾਂ ਦਾ ਮਾਣ ਤਾਣ ਬਣਿਆ ਰਵੇ, ਸਾਡਾ ਮਾਣ ਨਾਲ ਸਿਰ ਉੱਚਾ ਰਵੇ। ਅਸੀਂ ਜਿੱਥੇ ਵੀ ਜਿਸ ਖਿੱਤੇ 'ਚ ਵੀ ਜਾਈਏ ਸਾਨੂੰ ਦੱਸਣਾ ਨਾ ਪਵੇ ਕਿ ਅਸੀਂ ਸਿੱਖ ਹੁੰਨੇ ਆ। ਇਹਨਾਂ ਲੋਕਾਂ ਦੇ ਐਫਰਟਸ ਨਾਲ ਸਾਡੀ ਪਛਾਣ ਵਿਸਥਾਰ ਲੈਂਦੀ ਰਵੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।